स्वागत गल्लां ते गीत वेख रहे सारे दर्शकों का बहुत निघा स्वागत है। मैं हाँ कमलप्रीत कौर। हसना खेडना मन का चाओ, ਜਦੋਂ ਅਸੀਂ ਇਹ ਤੁਕਾਂ ਨੂੰ ਪੜ੍ਹਦੇ ਆ ਨਾ, ਸੋਚਦੇ ਆ, ਵਿਚਾਰਦੇ ਆ ਤਾਂ ਬੜਾ ਹੀ ਮਨ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਦੌੜਦੀ ਹੈ। ਜਦੋਂ ਵੀ ਖੁਸ਼ੀਆਂ ਦਾ ਸਮਾਂ ਆਉਂਦਾ ਅਸੀਂ ਨੱਚਦੇ ਆ, ਟੱਪਦੇ ਆ, ਗੀਤ ਉੱਤੇ ਗੁਣਗੁਣਾਉਂਦੇ ਆ। ਕਈ ਵਾਰ ਸਾਡੀਆਂ ਅਲੱਗ-ਅਲੱਗ ਜਦੋਂ ਅਸੀਂ ਧੁਨਾਂ ਦੇ ਵਿੱਚ ਹੁੰਦੇ ਆ ਨਾ ਤੇ ਸਾਡਾ ਮੂਡ ਵੀ ਉਸੇ ਤਰ੍ਹਾਂ ਦਾ ਹੀ ਬਣ ਜਾਂਦਾ ਹੈ। ਕਹਿੰਦੇ ਨੇ ਕਿ ਜਿਹੜਾ ਸੰਗੀਤ ਹੈ ਸਾਡੇ ਰੂਹ ਦੀ ਖੁਰਾਕ ਹੁੰਦਾ ਹੈ ਤੇ ਕਈਆਂ ਦੇ ਲਈ ਸੰਗੀਤ ਉਸ ਦੀ ਦੁਨੀਆ ਬਣ ਜਾਂਦਾ ਹੈ। ਕਈ ਉਸ ਸਮੁੰਦਰ ਦੇ ਵਿੱਚੋਂ ਡੁੱਬ ਕੇ ਜਦੋਂ ਚੂਬੀਆਂ ਮਾਰ ਕੇ ਘੋਗੇ ਸਿੱਪੀਆਂ ਲੱਭ ਕੇ ਲੈ ਕੇ ਆਉਂਦੇ ਨੇ ਤੇ ਦਰਸ਼ਕਾਂ ਦੇ ਤੇ ਉਹਨਾਂ ਦੇ ਵਿੱਚ ਝੋਲੀਆਂ ਦੇ ਵਿੱਚ ਪਾਉਂਦੇ ਨੇ ਤਾਂ ਦਰਸ਼ਕ ਫਿਰ ਨਿਹਾਲ ਹੋ ਜਾਂਦੇ ਨੇ। ਤਾਂ ਫਿਰ ਕੀ ਹੁੰਦਾ ਹੈ, ਆਪਣੇ ਆਪ ਹੀ ਉਸ ਗੀਤ ਦੇ ਵਿੱਚ ਅੱਖਾਂ ਬੰਦ ਕਰਕੇ ਅਸੀਂ ਹੱਥ ਚੁੱਕ ਕੇ ਵਾਹ ਵਾਹ ਕਹਿੰਦੇ ਹਾਂ। ਸੋ ਇਹੋ ਜਿਹੀ ਸੰਗੀਤ ਹੁੰਦਾ ਹੈ। ਸੰਗੀਤ ਸਾਡੀਆਂ ਹਵਾਵਾਂ ਦੇ ਵਿੱਚ, ਸੰਗੀਤ ਸਾਡੇ ਘਰਾਂ ਦੇ ਵਿੱਚ, ਸੰਗੀਤ ਸਾਡੀਆਂ ਲੋਕ ਗੀਤਾਂ ਦੇ ਵਿੱਚ, ਸੰਗੀਤ ਸਾਡੇ ਲੋਰੀਆਂ ਦੇ ਵਿੱਚ। ਸੋ ਸੰਗੀਤ ਜੇ ਸੁਣਿਆ ਜਾਵੇ ਸਾਡੇ ਆਲੇ ਦੁਆਲੇ ਦੇ ਵਿੱਚ। ਅੱਜ ਸੰਗੀਤ ਦੀ ਗੱਲ ਕਰ ਰਹੀ ਹਾਂ, ਮੈਂ ਗੀਤਾਂ ਦੀ ਗੱਲ ਕਰ ਰਹੀ ਹਾਂ। ਤੁਸੀਂ ਸਮਝ ਗਏ ਹੋਵੋਗੇ ਅੱਜ ਜਿਹੜੇ ਖਾਸ ਸ਼ਖਸੀਅਤ ਸਾਡੇ ਵਿਚਕਾਰ ਪਹੁੰਚੇ ਨੇ, ਜਿਨ੍ਹਾਂ ਦੇ ਨਾਲ ਅਸੀਂ ਤਾਰੁਫ ਕਰਵਾਉਣਾ ਹੈ, ਜਿਨ੍ਹਾਂ ਦੇ ਨਾਲ ਅਸੀਂ ਗੱਲਾਂ ਕਰਨੀਆਂ ਨੇ, ਜਿਨ੍ਹਾਂ ਤੋਂ ਅਸੀਂ ਗੀਤ ਸੁਣਨਾ ਹੈ। ਗਾਇਕੀ ਦੇ ਸਫ਼ਰ ਦੇ ਵਿੱਚ ਔਰ ਅਦਾਕਾਰੀ ਦੇ ਸਫ਼ਰ ਦੇ ਵਿੱਚ ਔਰ ਗੀਤਕਾਰੀ ਦੇ ਸਫ਼ਰ ਦੇ ਵਿੱਚ ਅਸੀਂ ਕਿਵੇਂ ਨਾਮ ਵਿਸਾਰ ਸਕਦੇ ਹਾਂ। ਮੇਰੀ ਮੁਰਾਦ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਨੇ ਮੰਗੀ ਮਾਲ ਜੀ। ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਜੀ ਕਮਲ ਜੀ ਤੁਹਾਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਦੂਰਦਰਸ਼ਨ ਨੂੰ ਦੇਖ ਰਹੇ ਸੁਣ ਰਹੇ ਸਾਰਿਆਂ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬੜੇ ਚਿਰ ਬਾਅਦ ਦੂਰਦਰਸ਼ਨ ਦੇ ਦਰਸ਼ਨ ਹੋਏ ਆ। ਦੂਰਦਰਸ਼ਨ 'ਚ ਆਇਆ ਤੇ ਬੜੀਆਂ ਉਹਨਾਂ ਰੂਹਾਂ ਨੂੰ ਯਾਦ ਕੀਤਾ ਜਿਨ੍ਹਾਂ ਨਾਲ ਵਾਹ ਵਸਤਾ ਰਿਹਾ ਦੂਰਦਰਸ਼ਨ 'ਚ। ਜਿੱਦਾਂ ਚਾਚਾ ਚਾਹ ਵਾਲਾ ਜੀ, ਮੇਕਅਪ ਰੂਮ ਦੇ ਵਿੱਚ ਮੋਤੀ ਲਾਲ ਜੀ ਹੁੰਦੇ ਸੀਗੇ। ਮੈਂ ਗੱਲਾਂ ਕਰਦਾ ਹਟਿਆ ਤੇ ਉਹ ਯਾਦਾਂ ਦੇ ਝਰੋਖੇ ਦੇ ਵਿੱਚ ਇੱਕ ਵਾਰੀ ਸੋਚ ਪਿੱਛੇ ਨੂੰ ਮੁੜ ਕੇ ਗਈ ਆ। ਤੇ ਦੂਰਦਰਸ਼ਨ ਇੱਕ ਐਸਾ ਇਹ ਵਿਹੜਾ ਆ ਗਾਇਕੀ ਦਾ, ਜਾਣੀ ਪੰਜਾਬੀ ਮਾਂ ਬੋਲੀ ਦੇ ਪਿੰਡ ਨੂੰ ਜਾਂਦਾ ਦੂਰਦਰਸ਼ਨ। ਇਹ ਉਹ ਮੰਜ਼ਿਲ ਆ ਜਿਸ ਮੰਜ਼ਿਲ ਦੇ ਵਿੱਚੋਂ ਹਰ ਕਲਾਕਾਰ ਇੱਥੋਂ, ਜਿੱਦਾਂ ਸਾਡੇ ਵਰਗੇ, ਮੈਂ ਤਾਂ ਆਪਣੇ ਦੀ ਗੱਲ ਕਰਦਾ, ਬਲੇ ਸਾਡੇ ਜਿਹੜੇ ਸਮਕਾਲੀ ਸੀ ਜਿੰਨੇ ਉਹ ਪਾਸ ਦੂਰਦਰਸ਼ਨ ਤੋਂ ਹੋ ਕੇ ਨਿਕਲੇ ਆ। ਕਿਆ ਬਾਤ। ਕਿਉਂਕਿ ਦੂਰਦਰਸ਼ਨ ਦਾ ਬਹੁਤ ਵੱਡਾ ਵਿਸ਼ਾਲ ਦਾਇਰਾ ਤੇ ਦੂਰਦਰਸ਼ਨ ਨੇ ਹੀ ਸਾਨੂੰ ਪਹਿਚਾਣ ਦਿੱਤੀ ਆ। ਤੇ ਦੂਰਦਰਸ਼ਨ ਨੇ ਪਹਿਚਾਣ ਵੀ ਉਸ ਕਲਾਕਾਰਾਂ ਨੂੰ ਦਿੱਤੀ ਆ ਜਿਨ੍ਹਾਂ ਨੂੰ ਕੁਝ ਥੋੜਾ ਬਹੁਤਾ ਗਾਉਣਾ ਆਉਂਦਾ ਸੀ। ਅੱਜ ਦਾ ਟਾਈਮ ਉਹ ਨਹੀਂ ਸੀਗਾ। ਅਸੀਂ ਤਾਂ ਇੱਥੇ ਲਾਈਵ ਗਾਇਆ ਆ ਕੇ। ਕਿਆ ਬਾਤ। ਹਾਂਜੀ, ਲਾਈਵ ਗਾਉਂਦੇ ਰਹੇ ਆ। ਲਾਈਵ ਢੋਲਕੀ ਬਾਜਾ ਕੀਬੋਰਡ ਸਾਰਾ ਲਾਈਵ ਹੋਣਾ, ਲਾਈਵ ਗਾਉਣਾ ਪੈਂਦਾ ਸੀਗਾ। ਇਹ ਨਹੀਂ ਵੀ ਹੁਣ ਸਟੂਡੀਓ 'ਚ ਚਲ ਗਏ, ਦੋ ਲਾਈਨਾਂ ਕਰ ਲਈਆਂ, ਸਾਹ ਲੈ ਲਿਆ, ਫੇਰ ਖੜ ਗਏ। ਉਹ ਨਹੀਂ ਵੀ ਇੱਥੇ ਲਾਈਵ ਗਾਉਣਾ ਪੈਂਦਾ ਸੀਗਾ। ਸੋ ਦੂਰਦਰਸ਼ਨ ਇਹ ਮੈਂ ਤਾਂ ਇਹ ਅਰਦਾਸ ਕਰਦਾ ਵਾਹਿਗੁਰੂ ਸੱਚੇ ਪਾਤਸ਼ਾਹ ਅੱਗੇ ਕਿ ਮਾਲਕਾ ਇਸ ਦੂਰਦਰਸ਼ਨ ਦੇ ਵਿਹੜੇ ਨੂੰ ਹਰਿਆ ਭਰਿਆ ਰੱਖੀ, ਜਿੱਦਾਂ ਉਹ ਗੁਲਦਸਤਾ ਹਰਿਆ ਭਰਿਆ ਆਪਣੇ ਮੂਹਰੇ ਪਿਆ, ਕਿ ਇਹਦੇ ਵਿੱਚ ਬੜੀਆਂ ਯਾਦਾਂ ਜੁੜੀਆਂ ਨੇ। ਔਰ ਇਹ ਅਦਾਰਾ ਹੀ ਐਸਾ ਆ, ਇੱਥੇ ਆ ਕੇ ਇਦਾਂ ਲੱਗਦਾ ਜਿੱਦਾਂ ਕਿਸੇ ਕੋਈ ਬਹੁਤ ਪਵਿੱਤਰ ਸਥਾਨ ਤੇ ਆ ਗਏ ਉਹਨੇ। ਮੇਰੇ ਲਈ ਤਾਂ ਇਹ ਮੈਨੂੰ ਲੱਗਦਾ ਕਿ ਮੈਂ ਉੱਥੋਂ ਵੀ ਆਇਆ ਤਾਂ ਹੁਣ ਮੈਂ ਮੱਥਾ ਟੇਕ ਕੇ ਆਇਆ। ਸਾਡੇ ਲਈ ਕਲਾਕਾਰਾਂ ਲਈ ਤਾਂ ਬਹੁਤ ਵੱਡੀ ਗੱਲ ਸੀ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਤੁਸੀਂ ਜਿਵੇਂ ਕਿ ਦੱਸਿਆ ਦੂਰਦਰਸ਼ਨ ਦੀਆਂ ਯਾਦਾਂ, ਤੁਸੀਂ ਦੱਸਿਆ ਕਿ ਮੇਰੇ ਗਾਇਕੀ ਦਾ ਜਿਹੜਾ ਪੌਦਾ ਹੈਗਾ ਉਹ ਇੱਥੋਂ ਹੀ ਲੱਗਿਆ, ਇੱਥੋਂ ਹੀ ਬੀਜ ਮੇਰਾ ਬਣਿਆ ਤੇ ਇੱਕ ਵੱਡਾ ਪੌਦਾ ਬਣ ਗਿਆ। ਫਿਰ ਰੁੱਖ ਦੀ ਛਾਵੇਂ, ਪਤਾ ਨਹੀਂ ਕਿੰਨੇ ਕੁ ਸਾਰੇ ਤੁਹਾਨੂੰ ਪਿਆਰ ਕਰਨ ਵਾਲੇ, ਚਾਹਣ ਵਾਲੇ ਤੁਹਾਡੇ ਸਰੋਤੇ ਜਿਹੜੇ ਤੁਹਾਡੇ ਨਾਲ ਜੁੜੇ। ਗਾਇਕੀ ਦੀ ਸ਼ੁਰੂਆਤ ਦੀ ਅਸੀਂ ਜਦੋਂ ਗੱਲ ਕਰਦੇ ਹਾਂ ਨਾ, ਕਹਿੰਦੇ ਨੇ ਕਿ ਬੱਚੇ ਜਦੋਂ ਅਸੀਂ ਥੋੜ੍ਹੇ ਜਿਹੇ ਸਾਡੇ ਮੂੰਹ 'ਚ ਦੰਦ ਵੀ ਨਹੀਂ ਹੁੰਦੇ ਨਾ, ਅਸੀਂ ਉਦੋਂ ਵੀ ਮਾੜਾ ਮੋਟਾ ਗੁਣਗੁਣਾਉਣਾ ਸ਼ੁਰੂ ਕਰ ਦਿੰਦੇ ਹਾਂ। ਜੇਕਰ ਮਾਂ ਸਾਡੀ ਲੋਰੀ ਦਿੰਦੀ ਹੋਵੇ ਅਸੀਂ ਖੁਸ਼ ਹੋ ਜਾਂਦੇ ਹਾਂ। ਤੁਹਾਨੂੰ ਚੇਟਕ ਗਾਇਕੀ ਦੀ ਕਦੋਂ ਲੱਗੀ? ਕਮਲ ਜੀ, ਅਸਲ ਦੇ ਵਿੱਚ ਜਿੰਨੇ ਵੀ ਪੰਜਾਬੀ ਆਪਾਂ, ਜਿਹੜਾ ਸੰਗੀਤ ਆ ਉਹ ਸਾਡੀ ਰੂਹ ਦੇ ਵਿੱਚ, ਮਤਲਬ ਸਾਡੇ ਰੋਮ ਦੇ ਵਿੱਚ ਰਚਿਆ ਪਿਆ। ਉਹਦੀ ਵਜ੍ਹਾ ਇਹ ਆ ਕਿ ਅਸੀਂ ਜਦੋਂ ਜੰਮਦੇ ਆ, ਜਿਹੜੀ ਹੁਣੀ ਤੁਸੀਂ ਗੱਲ ਕਹਿ ਕੇ ਹਟੇ ਆ, ਹਾਂਜੀ, ਮਾਂ ਲੋਰੀਆਂ ਦਿੰਦੀ ਆ, ਲੋਰੀ ਵੀ ਸੰਗੀਤ ਵਿੱਚ ਆ। ਬਿਲਕੁਲ। ਔਰ ਜਦੋਂ ਅਸੀਂ ਦੁਨੀਆ ਤੋਂ ਰੁਖਸਤ ਹੁੰਦੇ ਆ, ਜਾਣੀ ਮਰਦੇ ਆ, ਤੇ ਜਿਹੜੇ ਬਹਿਣ ਪੈਂਦੇ ਜਾਂਦੇ ਆ ਉਹ ਵੀ ਸੰਗੀਤ ਆ। ਇਸ ਕਰਕੇ ਅਸੀਂ ਸੰਗੀਤ ਦੇ ਵਿੱਚ ਗੜੋਚੇ ਆ ਸਾਰੇ ਪੰਜਾਬੀ। ਹਰ ਕੁੜੀ ਨੂੰ ਨੱਚਣਾ ਆਉਂਦਾ, ਗਾਉਣਾ ਆਉਂਦਾ, ਪਿੰਡਾਂ 'ਚ ਨੱਚਦੀਆਂ ਕੁੜੀਆਂ। ਹਰ ਮੁੰਡੇ ਨੂੰ ਭੰਗੜਾ ਪਾਉਣਾ ਆਉਂਦਾ, ਗਾਉਣਾ ਆਉਂਦਾ। ਬਾਕੀ ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਆ ਕਿ ਕਿਸੇ ਨੂੰ ਪ੍ਰਸਿੱਧੀ ਮਿਲ ਜਾਂਦੀ ਆ। ਜਿੱਦਾਂ ਮੇਰੇ ਵਰਗੇ ਨਿਮਾਣੇ ਨੂੰ ਮਿਲ ਗਏ, ਮੈਨੂੰ ਗਾਉਣਾ ਤਾਂ ਅੱਜ ਤੱਕ ਨਹੀਂ ਆਇਆ। ਮੈਂ ਅੱਜ ਵੀ ਸਟੂਡੈਂਟ ਆ, ਮੈਂ ਅੱਜ ਵੀ ਸਿੱਖਦਾ ਆ, ਵਿਦਿਆਰਥੀ ਆ।
ਜੀ, ਬਹੁਤ ਚੰਗੀ ਗੱਲ ਵਾਹਿਗੁਰੂ ਹੈ। ਨੇ ਟੈਂਡ ਚ ਕਾਨਾ ਪਸਾਤਾ ਤੋਂ ਵੱਜੀ ਜਾਂਦਾ, ਰੋਟੀ ਪਾਣੀ ਦੇ ਵਸੀਲੇ ਬਣੇ ਆ ਜੀ। ਤੇ ਗਾਇਕੀ ਜਿਹੜੀ ਆ ਇਹ ਬਹੁਤ ਸੌਖਾ ਸਬਜੈਕਟ ਨਹੀਂ, ਬੜਾ ਔਖਾ ਸਬਜੈਕਟ ਹੈ ਇਹ। ਸਾਰੀ ਜ਼ਿੰਦਗੀ ਨਹੀਂ ਆਉਂਦੀ, ਸਾਰੀ ਜ਼ਿੰਦਗੀ ਤੁਸੀਂ ਸਿੱਖੀ ਜਾਓ, ਫਿਰ ਜਾ ਕੇ ਕਿਤੇ ਤੁਹਾਨੂੰ ਜਿਹੜੀ ਉਹ ਗਾਇਕੀ ਆ ਥੋੜੀ ਬਹੁਤੀ ਆਉਂਦੀ ਹੈ। ਮਤਲਬ ਪਹਿਲਾ ਸਟੈਪ ਹੀ ਤੁਹਾਨੂੰ ਆਉਂਦਾ ਹੈ ਮਾੜਾ ਜਿਹਾ, ਤੇ ਮੈਨੂੰ ਲੱਗਦਾ ਮੈਂ ਪਹਿਲੇ ਸਟੈਪ ਤੇ ਵੀ ਨਹੀਂ ਹਜੇ ਤੱਕ ਗਿਆ। ਜੀ 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 ਜੀ। ਔਰ ਜਦੋਂ ਅਸੀਂ ਗੱਲ ਕਰਦੇ ਹਾਂ, ਤੁਸੀਂ ਕਿਹਾ ਕਿ ਗਾਇਕੀ ਜਿਹੜੀ ਬਹੁਤ ਔਖਾ ਜਿਹੜਾ ਹੈ ਇੱਕ ਸਬਜੈਕਟ ਆ, ਹੈ ਨਾ, 7 ਸੁਰਾਂ ਦੇ ਨਾਲ ਖੇਡਣਾ। ਕਹਿਣ ਨੂੰ 7 ਸੁਰ ਨੇ, ਪਰ ਜਦੋਂ ਉਹਦੇ ਨਾਲ ਖੇਡਦਾ ਹੈ ਗਾਇਕ ਤੇ ਇੱਕ ਬਹੁਤ ਸੋਹਣਾ ਸੰਗੀਤ ਪੈਦਾ ਕਰਕੇ ਆਪਣੀ ਸੋਹਣੀ ਜਿਹੀ ਆਵਾਜ਼ ਦੇ ਨਾਲ ਜਦੋਂ ਸਰੋਤਿਆਂ ਨੂੰ ਖੁਸ਼ ਕਰਦਾ ਹੈ। ਤੁਸੀਂ ਪਹਿਲਾ ਗੀਤ ਕਿਹੜਾ ਗਾਇਆ ਸੀ? ਪਹਿਲਾ ਗੀਤ ਜੀ ਮੈਂ ਗੁਣਗੁਣਾਉਂਦਾ ਹੁੰਦਾ ਸੀ, ਤੇ ਪਰ ਅੱਜ ਵੀ ਮੇਰੀ ਪਹਿਚਾਣ ਉਸ ਗੀਤ ਦੇ ਨਾਲ ਬਣੀ ਆ ਸਟੇਜਾਂ ਤੇ, ਖਾਸ ਕਰਕੇ ਕਿਉਂਕਿ ਮੈਂ ਗੀਤ ਜਦੋਂ ਗਾਉਣਾ ਜੀ, ਮੈਂ ਗਾਉਣਾ ਆ ਗੀਤ ਮਾਂ ਤੋਂ। ਮੇਰੇ ਸਟੇਜ ਦੀ ਸ਼ੁਰੂਆਤ ਹਮੇਸ਼ਾ ਮਾਂ ਤੋਂ ਹੁੰਦੀ ਹੈ। ਕੀ ਬਾਤ ਹੈ। ਮੈਂ ਹਮੇਸ਼ਾ ਇਹ ਗੱਲ ਕਹਿਣਾ ਜੀ, ਦੁਨੀਆ ਦੇ ਉੱਤੇ ਰੱਬ ਹੈ, ਕੁਦਰਤ ਹੈ, ਜਾਨੀ ਰੱਬ ਦਾ ਮੁਹਾਂਦਰਾ ਕਿਸੇ ਨੇ ਨਹੀਂ ਦੇਖਿਆ, ਉਹਦਾ ਰੂਪ ਕਿਹੋ ਜਿਹਾ, ਠੀਕ ਹੈ ਜੀ। ਉਸ ਰੱਬ ਨੇ ਦੁਨੀਆ ਤੇ ਇੱਕ ਰੱਬ ਹੋਰ ਬਣਾ ਕੇ ਭੇਜਿਆ, ਉਸ ਰੱਬ ਦਾ ਨਾਮ ਹੈ ਮਾਂ। ਬਿਲਕੁਲ ਸਹੀ ਹੈ। ਜੇ ਦੁਨੀਆ ਤੇ ਮਾਂ ਨਾ ਹੁੰਦੀ, ਸਾਡੇ ਚੋਂ ਕੋਈ ਨਾ ਹੁੰਦਾ, ਨਹੀਂ ਹੁੰਦਾ, ਠੀਕ ਹੈ ਜੀ। ਜਾਨੀ ਦੁਨੀਆ ਦੇ ਉੱਤੇ ਪਹਿਲੀ ਮੁਹੱਬਤ, ਪਹਿਲਾ ਮੋਹ, ਪਹਿਲਾ ਪਿਆਰ, ਪਹਿਲਾ ਇਸ਼ਕ ਮਾਂ ਦਾ ਹੈ। ਬਿਲਕੁਲ। ਜਿਹੜੇ ਲੋਕ ਆਪਣੀ ਮਾਂ ਦੇ ਆਸ਼ਿਕ ਨਹੀਂ, ਉਹ ਕਿਸੇ ਦੇ ਆਸ਼ਿਕ ਨਹੀਂ ਹੋ ਸਕਦੇ। ਬਿਲਕੁਲ ਸਹੀ ਗੱਲ ਹੈ। ਸੋ ਮੈਂ ਸ਼ੁਰੂਆਤ ਹਮੇਸ਼ਾ ਜਿਹੜੀ ਮੇਰੀ ਮਾਂ ਤੋਂ ਹੁੰਦੀ ਆ। ਅੱਜ ਵੀ ਫਿਰ ਸ਼ੁਰੂਆਤ ਹੋ ਜਵੇ ਤੁਹਾਡੇ ਗੀਤ ਦੇ ਨਾਲ, ਮਾਂ ਦੇ ਗੀਤ ਦੇ ਨਾਲ ਅਸੀਂ ਸ਼ੁਰੂਆਤ ਕਰਦੇ ਹਾਂ ਜੀ। ਜਦ ਮੈਂ ਬੋਲਣ ਸਿੱਖਿਆ, ਮੂੰਹੋਂ ਇੱਕੋ ਹੀ ਨਾ ਨਿਕਲਿਆ। ਜਦ ਮੈਂ ਬੋਲਣ ਸਿੱਖਿਆ, ਮੂੰਹੋਂ ਇੱਕੋ ਹੀ ਨਾ ਨਿਕਲਿਆ। ਰੱਬ ਤੋਂ ਪਹਿਲਾਂ ਮੂੰਹ ਮੇਰੇ ਚੋਂ ਕੀ ਬਾਤ, ਮਾਂ ਨਿਕਲਿਆ। ਜਾਂ ਮੈਂ ਕਹਿਣਾ, ਬੋੜ ਪਿੱਪਲ ਦੀਆਂ ਸ਼ਾਮਾਂ ਨਾਲੋਂ ਗੂੜੀ ਮਾਂ ਦੀ ਛਾਂ ਹੁੰਦੀ ਏ। ਬੋੜ ਪਿੱਪਲ ਦੀਆਂ ਛਾਵਾਂ ਨਾਲੋਂ ਗੂੜੀ ਮਾਂ ਦੀ ਛਾਂ ਹੁੰਦੀ ਏ। ਰੱਬ ਵੀ ਠੀਕ ਹੈ ਆਪਣੀ ਥਾਂ ਤੇ, ਓਏ ਮਾਂ ਤਾਂ ਆਖਰ ਮਾਂ ਹੁੰਦੀ ਏ। ਇਹ ਚਾਰੇ ਪਾਸੇ ਮੇਰੀਆਂ, ਇਹ ਚਾਰੇ ਪਾਸੇ ਮੇਰੀਆਂ ਜੋ ਹੋ ਗਈਆਂ ਚੜਾਈਆਂ ਨੇ, ਇਹ ਤਾਂ ਮੇਰੀ ਮਾਂ ਦੀਆਂ ਦੁਆਵਾਂ ਕੰਮ ਆਈਆਂ ਨੇ। ਕੀ ਬਾਤ ਹੈ, ਬਹੁਤ ਹੀ ਖੂਬ। ਅਸੀਂ ਸਾਰਿਆਂ ਨੂੰ ਮੰਗੀ ਮਾਲ ਜੀ ਦੇ ਮਾਂ ਦੇ ਗੀਤ ਦੇ ਰੂਪ ਦੇ ਵਿੱਚ ਆਪਣੀ ਮਾਂ ਦੇ ਦਰਸ਼ਨ ਕੀਤੇ। ਅਸੀਂ ਜਿੱਥੇ ਮਰਜ਼ੀ ਬੈਠੇ ਹੋਈਏ, ਮਾਂ ਦੀਆਂ ਦੁਆਵਾਂ ਹਮੇਸ਼ਾ ਸਾਡੇ ਨਾਲ ਹੁੰਦੀਆਂ ਨੇ। ਤੇ ਉਸ ਵਡਭਾਗੀ ਮਾਂ ਦਾ ਨਾਮ? ਮੇਰੀ ਮਾਂ ਦਾ ਨਾਮ ਸੁਰਿੰਦਰ ਕੌਰ ਹੈ ਜੀ। ਪਿਤਾ ਦਾ ਨਾਮ ਜੀ ਸਰਦਾਰ ਸੁਰਜੀਤ ਸਿੰਘ ਜੀ। ਲੋਹਾਰਾ ਪਿੰਡ ਆ ਮੇਰਾ, ਇੱਥੋਂ ਨਕੋਦਰ ਰੋਡ ਤੇ ਜਾਂਦੇ ਆ। ਅੱਛਾ ਜੀ। ਲਾਂਬੜੇ ਦੇ ਨਾਲ ਬੜਾ ਮੁਬਾਰਕ ਜਿਹਾ ਪਿੰਡ ਆ। ਤੇ ਪਿਤਾ ਜੀ ਸਰਪੰਚ ਸੀ ਪਿੰਡ ਦੇ, ਸਰਦਾਰ ਸੁਰਜੀਤ ਸਿੰਘ ਜੀ। ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ। ਜੀ। ਤੇ ਪਿਓ ਦਾ ਵੀ ਪਿਆਰ ਮਾਂ ਦੇ ਕੋਲ ਹੀ ਲੈਂਦਾ ਆ। ਤੇ ਬਿਲਕੁਲ ਬਿਲਕੁਲ। ਔਰ ਮਾਂ-ਬਾਪ ਕਹਿੰਦੇ ਨੇ ਕਿ ਸਾਡੀ ਜ਼ਿੰਦਗੀ ਨੂੰ ਸੰਪੂਰਨ ਕਰ ਦਿੰਦੇ ਨੇ, ਹੈ ਨਾ, ਅਧੂਰਾ ਹੁੰਦਾ ਹੈ ਇਨਸਾਨ। ਜਦੋਂ ਅਸੀਂ ਗੱਲ ਕਰਦੇ ਹਾਂ ਤੁਹਾਡੀ ਗਾਇਕੀ ਸਫ਼ਰ ਦੀ, ਗੀਤਕਾਰੀ ਵੀ ਤੁਸੀਂ ਕਰਦੇ ਹੋ, ਹੈ ਨਾ, ਲਿਖਦੇ ਵੀ ਹੋ। ਜਦੋਂ ਲਿਖਦੇ ਹੋ, ਕਿਹੋ ਜਿਹਾ ਮਾਹੌਲ ਤੁਹਾਨੂੰ ਚਾਹੀਦਾ ਹੁੰਦਾ ਹੈ? ਜਾਂ ਬੜਾ ਕੁਝ ਅਸੀਂ ਪੜ੍ਹਦੇ ਹਾਂ ਕਿ ਇੱਕ ਲੇਖਕ ਨੂੰ ਸ਼ਾਂਤ ਵਾਤਾਵਰਣ ਜਾਂ ਜਿਹੜੇ ਸਮਾਜ ਦੇ ਵਿੱਚ ਕੁਝ ਗੱਲਾਂ ਹੋ ਰਹੀਆਂ ਨੇ ਉਹਨਾਂ ਉੱਤੇ ਹਮੇਸ਼ਾ ਲਿਖਦਾ ਹੈ। ਤੁਸੀਂ ਆਪਣੀ ਗੀਤਕਾਰੀ ਕਿਸ ਤਰ੍ਹਾਂ ਕਰਦੇ ਹੋ? ਮੇਰੀ ਕਮਲ ਜੀ ਜਿਹੜੀ ਗੀਤਕਾਰੀ ਦਾ ਸਫ਼ਰ ਆ, ਮੈਂ ਅੱਜ ਤੱਕ ਵੀ ਕਦੀ ਵੀ ਅੱਖਾਂ ਤੇ ਗੀਤ ਨਹੀਂ ਲਿਖੇ। ਚੂੜੀਆਂ ਤੇ, ਕੋਕਿਆਂ ਤੇ, ਪਰਾਂਦੀਆਂ ਤੇ ਮੈਂ ਇਹ ਗੀਤ ਮੇਰੇ ਤੋਂ ਲਿਖ ਨਹੀਂ ਹੋਏ। ਮੈਂ ਬੜਾ ਸੱਚ ਦੇ ਲਾਗੇ ਜੇ ਹੋ ਕੇ ਲਿਖਦਾ। ਅੱਛਾ। ਮੇਰੇ ਗੀਤ ਜਿਹੜੇ ਜੁਰਤ ਵਾਲੇ ਹੋਣਗੇ, ਪਰ ਉਹਦੇ ਵਿੱਚ ਦੇਖਿਓ ਕਦੀ ਵੀ ਤੁਸੀਂ
ਗੀਤ ਦੇ ਵਿੱਚ ਝੁਕਣ ਦੀ ਗੱਲ ਜ਼ਰੂਰ, ਰੱਬ ਤੋਂ ਡਰਨ ਦੀ ਗੱਲ ਜ਼ਰੂਰ, ਕਿਉਂਕਿ ਰੱਬ ਦੁਨੀਆ ਤੇ ਹੈ। ਬਿਲਕੁਲ ਬਿਲਕੁਲ। ਤੇ ਇਸ ਕਰਕੇ ਤੁਸੀਂ ਮਾਹੌਲ, ਜੇ ਤੁਸੀਂ ਕਹੋਗੇ ਵੀ ਮੈਂ ਕਦੀ ਇਹ ਕਹਿ ਦੇਵਾਂ ਕਿ ਅੱਜ ਯਾਰ ਮੈਨੂੰ ਬੁਲਾਇਓ ਨਾ, ਅੱਜ ਮੈਂ ਗੀਤ ਲਿਖਣੇ, ਇਦਾਂ ਨਹੀਂ ਕਦੀ। ਅੱਛਾ। ਗੀਤ ਕਈ ਵਾਰੀ ਮਾਹੌਲ ਇਦਾਂ ਦਾ ਬਣਿਆ ਹੁੰਦਾ ਕਿ ਮੈਂ 1 ਵਜੇ ਰਾਤ ਨੂੰ ਕਈ ਵਾਰੀ ਗੀਤ ਲਿਖ ਹੋ ਜਾਂਦਾ। ਅੱਛਾ। ਕਈ ਵਾਰੀ ਗੀਤ 2-2 ਮਹੀਨੇ ਲਿਖੇ ਹੀ ਨਹੀਂ ਹੁੰਦਾ। ਅੱਛਾ। ਕਈ ਵਾਰੀ ਗੱਡੀ ਵਿੱਚ ਜਾਂਦੇ ਜਾਂਦੇ ਮਾਹੌਲ ਬਣ ਜਾਂਦਾ, ਗੱਡੀ 'ਚ ਜਾਂਦੇ ਜਾਂਦੇ ਗੀਤ ਲਿਖ ਹੋ ਜਾਂਦਾ। ਕਈ ਵਾਰੀ ਬਹੁਤ ਤੁਸੀਂ ਕਹਿੰਦੇ ਕਿਤੇ ਸ਼ੋਰ ਸ਼ਰਾਬਾ ਹੋਵੇ, ਉੱਥੇ ਕਈ ਵਾਰੀ ਥਾਟ ਆ ਜਾਂਦਾ ਦਿਮਾਗ ਦੇ ਵਿੱਚ, ਮੈਂ ਦਬ ਜਾ ਕੇ ਉਹਦੇ ਰਿਕਾਰਡ ਕਰ ਲੈਂਦੇ। ਠੀਕ ਹੈ ਜੀ। ਅੱਜ ਕੱਲ ਉਹ ਵਧੀਆ ਹੋ ਗਿਆ, ਫੋਨ ਦੇ ਵਿੱਚ ਰਿਕਾਰਡ ਹੋ ਜਾਂਦੀ ਗੱਲ, ਨਹੀਂ ਤਾਂ ਨਿਕਲ ਜਾਂਦੀ ਦਿਮਾਗ ਚੋਂ। ਹਾਂਜੀ ਹਾਂਜੀ। ਸੋ ਗੱਲ ਹੈ ਕਿ ਮੈਂ ਲਿਖਣ ਲਈ ਨਹੀਂ ਬੈਠਾ, ਇਹ ਤਾਂ ਕੁਦਰਤ ਦੀ ਕੋਈ ਬਖਸ਼ਿਸ਼ ਆ। ਜਦੋਂ ਕੋਈ ਥਾਟ ਦਿਮਾਗ ਦੇ ਵਿੱਚ ਆਉਂਦਾ ਤੇ ਉਦੋਂ ਜਿਹੜਾ ਲਿਖ ਦਈਦਾ। ਹਾਂ, ਇਹ ਜ਼ਰੂਰ ਆ ਕਿ ਮੈਂ ਪੜ੍ਹਨ ਲਈ ਜ਼ਰੂਰ ਰੋਜ਼ ਬਹਿਨਾ। ਅੱਛਾ ਜੀ। ਮੇਰੀਆਂ ਜਿਹੜੀਆਂ ਕਿਤਾਬਾਂ ਜਿਹੜੀਆਂ ਮਹੀਨੇ ਦੀਆਂ, ਉਹ ਮੇਰੇ ਖਿਆਲ ਦੇ ਨਾਲ 2-4-5 ਹਜ਼ਾਰ ਦੀਆਂ ਕਿਤਾਬਾਂ ਹੀ ਹੁੰਦੀਆਂ। ਅੱਛਾ, ਕੀ ਬਾਤ ਹੈ। ਮਤਲਬ ਪਾਠਕ ਹੋ ਚੰਗੇ ਤੁਸੀਂ। ਜੀ, ਮੈਂ ਪੜ੍ਹਦਾ ਇਦਾਂ ਹਲਾਰੇ ਜੇ ਪੈਂਦੇ ਜਦੋਂ, ਤਾਂ ਉਦੋਂ ਮੈਂ ਸੌਂ ਜਾਂਦਾ। ਅੱਛਾ ਜੀ। ਮੈਂ ਜਹਾਜ਼ ਦੇ ਸਫ਼ਰ ਦੇ ਵਿੱਚ ਵੀ ਜਦੋਂ ਕਿਤੇ ਵਿਦੇਸ਼ਾਂ ਦੇ ਵਿੱਚ ਜਾਣਾ, ਦੁਨੀਆ ਦੇ ਵਿੱਚ, ਤੇ ਮੈਂ ਕਦੇ ਵੀ ਕਮਲ ਜੀ ਉਹ ਫਿਲਮਾਂ ਨਹੀਂ ਦੇਖੀਆਂ। ਮੇਰੇ ਹੱਥ 'ਚ ਕੋਈ ਬੁੱਕ ਹੁੰਦੀ ਆ, ਮੈਂ ਉਹ ਪੜ੍ਹਦਾ ਜਾਂਦਾ। ਚੰਗੀ ਗੱਲ ਹੈ। ਦੇਖੋ, ਅੱਜ ਤਨਾਸਦੀ ਇਹ ਆ ਕਿ ਸਾਡੇ ਜਿਹੜੇ ਯੰਗਸਟਰ ਆ, ਜਿਹੜੀ ਨਿਊ ਜਨਰੇਸ਼ਨ ਆ, ਉਹਨਾਂ ਨੇ ਪੜ੍ਹਨਾ ਛੱਡਤਾ। ਬਿਲਕੁਲ, ਬਹੁਤ ਘੱਟ ਲੋਕ ਨੇ ਜਿਨ੍ਹਾਂ ਦੇ ਹੱਥ ਵਿੱਚ ਕਦੇ ਕਿਤਾਬ ਹੁੰਦੀ ਹੈ, ਨਹੀਂ ਤਾਂ ਅਕਸਰ ਕੰਨਾਂ ਦੇ ਵਿੱਚ ਈਅਰਫੋਨ ਲੱਗੇ ਹੁੰਦੇ ਨੇ। ਉਹਦੇ ਵਿੱਚੋਂ ਦੇਖੋ, ਜੇ ਤੁਸੀਂ ਪੜ੍ਹਦੇ ਹੋ, ਤੁਹਾਨੂੰ ਆਪਣੇ ਸੱਭਿਆਚਾਰ ਬਾਰੇ, ਤੁਹਾਨੂੰ ਆਪਣੇ ਵਿਰਸੇ ਬਾਰੇ, ਤੁਹਾਨੂੰ ਬਹੁਤ ਜ਼ਿਆਦੀਆਂ ਜਾਣਕਾਰੀਆਂ ਜਿਹੜੀਆਂ ਉਹਦੇ ਵਿੱਚੋਂ ਮਿਲਦੀਆਂ ਨੇ। ਵਿਦੇਸ਼ਾਂ ਦੇ ਵਿੱਚ ਦੇਖੋ ਤੁਸੀਂ, ਗੋਰਿਆਂ ਨੇ ਹੱਥਾਂ ਦੇ ਵਿੱਚ ਕਿਤਾਬਾਂ ਪੜ੍ਹੀਆਂ ਹੁੰਦੀਆਂ, ਜਦਕਿ ਸਾਡੇ ਤੋਂ ਤਾਂ ਬਹੁਤ ਐਡਵਾਂਸ ਆ, ਉਹਨਾਂ ਦੇ ਕੋਲ ਕੀ ਹੈ ਨਹੀਂ। ਪਰ ਪਤਾ ਨਹੀਂ ਇਹ ਤਰਾਸਦੀ ਲਾ ਲਓ ਜਾਂ ਕੀ ਗੱਲ ਆ, ਜਿਹੜੀ ਸਾਡੀ ਯੰਗਸਟਰ ਪੀੜ੍ਹੀ ਆ, ਉਹ ਹੋਰ ਪਾਸੇ ਨੂੰ ਹੋ ਰਹੀ ਆ, ਪੜ੍ਹਨ ਵੱਲ ਨੂੰ ਨਹੀਂ, ਇੱਧਰ ਨੂੰ ਹੋ ਰਹੀ। ਸਾਨੂੰ ਆਪਣੇ ਇਤਿਹਾਸ ਬਾਰੇ ਚੰਗੀਆਂ ਕਿਤਾਬਾਂ, ਚੰਗੀਆਂ ਬੁੱਕਾਂ ਪੜ੍ਹਨੀਆਂ ਚਾਹੀਦੀਆਂ। ਕਿ ਆਪਣੇ, ਮੈਂ ਬਹੁਤ ਵਾਰੀ ਗੱਲ ਕਰਦਾ, ਮਹਾਰਾਜਾ ਰਣਜੀਤ ਸਿੰਘ ਨੂੰ ਪੜ੍ਹਨਾ ਚਾਹੀਦਾ। ਠੀਕ ਹੈ, ਬਿਲਕੁਲ। ਬਹੁਤ ਸਾਰੇ ਸਾਡੇ ਯੋਧੇ ਨੇ। ਇੱਕ ਦੇਖੋ ਤੁਸੀਂ, ਇਹ ਵੀ ਤਰਾਸਦੀ ਆ ਕਿੱਡੀ ਵੱਡੀ ਆ, ਕਿ ਜਿਹੜੀ ਸਾਡੀ ਯੰਗਸਟਰ ਪੀੜ੍ਹੀ, ਉਹਨਾਂ ਨੂੰ ਸਿਰਫ ਇੱਕੋ ਚੀਜ਼ ਦਿੰਦੀ ਆ ਕਿ ਸਰਦਾਰ ਭਗਤ ਸਿੰਘ ਦੀ ਇੱਕ ਫੋਟੋ ਆ, ਤੁਸੀਂ ਵੀ ਦੇਖੀ ਹੋਣੀ ਆ। ਹਾਂਜੀ। ਠੀਕ ਹੈ ਜੀ। ਹਾਂਜੀ। ਉਹਨੇ ਪਿਸਟਲ ਨੂੰ ਹੱਥ ਪਾਇਆ ਤੇ ਮੁੱਛ ਨੂੰ ਹੱਥ ਰੱਖਿਆ ਐ ਕਰਕੇ, ਉਹਦਾ ਅਕਸ ਹੀ ਹੋਰ ਦਿਖਾਇਆ ਗਿਆ ਦੁਨੀਆ ਨੂੰ। ਉਹਦੀ ਵਿਚਾਰਧਾਰਾ ਤਾਂ 23 ਸਾਲ ਦੀ ਉਮਰ 'ਚ ਜਿਹੜੀ ਸੀਗੀ, ਉਹ ਦੱਸੀ ਨਹੀਂ ਗਈ। ਜੋ ਉਹਨਾਂ ਦੀਆਂ ਲਿਖਤਾਂ ਸੀ ਭਗਤ ਸਿੰਘ ਹੋਣਾ ਦੀਆਂ, ਉਹ ਕਿਸੇ ਨੂੰ ਦੱਸੀਆਂ ਨਹੀਂ ਗਈਆਂ। ਉਹ ਕਿੱਡੇ ਬੁੱਧੀਜੀਵੀ ਸੀ, ਠੀਕ ਹੈ, ਉਹ ਦੱਸਿਆ ਨਹੀਂ ਗਿਆ। ਬਿਲਕੁਲ ਬਿਲਕੁਲ। ਉਹ ਚੀਜ਼ਾਂ ਨੂੰ ਪੜ੍ਹਨਾ ਚਾਹੀਦਾ। ਜੇ ਪੜਾਂਗੇ ਤਾਂ ਸਾਨੂੰ ਪਤਾ ਲੱਗੂ ਨਾ, ਜਿਹੜੇ ਸਾਡੇ ਸ਼ਹੀਦ ਸੀਗੇ ਜਾਂ ਸਾਡੇ ਪੁਰਖੇ ਸੀਗੇ, ਉਹਨਾਂ ਦੀ ਸੋਚ ਕੀ ਸੀ। ਮੇਰੇ ਦਿਮਾਗ 'ਚ ਸਵਾਲ ਆ ਰਿਹਾ ਕਿ ਮੰਗੀ ਮਾਲ ਨੇ ਕਦੀ ਸੋਚਿਆ ਸੀ ਕਿ ਮੈਂ ਗਾਇਕੀ ਵੱਲ ਆਉਣਾ ਹੈ ਤੇ ਮੈਂ ਗੀਤ ਲਿਖਣੇ ਆ, ਤੇ ਮੈਂ ਇੱਕ ਹੋਰ ਤੁਹਾਡਾ ਸੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੈਗਾ ਅਦਾਕਾਰੀ ਦਾ, ਉਹਦੇ ਵਿੱਚ ਆਉਣਾ ਹੈ? ਕਦੀ ਸੋਚਿਆ ਸੀ? ਜਾਂ ਛੋਟੇ ਹੁੰਦੇ ਕਦੀ ਵਾਰ ਸੁਪਨੇ ਹੁੰਦੇ ਨੇ, ਜਦੋਂ ਤੁਸੀਂ ਕਿਹਾ ਹੁਣ ਕਿ ਅਸੀਂ ਬਹੁਤ ਸਾਰੀਆਂ ਕਿਤਾਬਾਂ ਪੜ੍ਹਦੇ ਹਾਂ, ਪੜ੍ਹਦੇ ਪੜ੍ਹਦੇ ਅਸੀਂ, ਤੁਸੀਂ ਭੰਗੜਾ ਵੀ ਪਾਉਣਾ ਸ਼ੁਰੂ ਕੀਤਾ ਲਾਇਲਪੁਰ ਖਾਲਸਾ ਕਾਲਜ ਦੇ ਵਿੱਚ, ਹੈ ਨਾ? ਬਹੁਤ ਸਾਰੇ ਦਿਮਾਗ ਦੇ ਵਿੱਚ ਅਕਸਰ ਹੀ ਹੁੰਦੀਆਂ ਨੇ ਕਿ ਡਾਕਟਰ ਬਣਨਾ ਆ, ਕਿ ਆਪਾਂ ਕੋਈ ਸਾਇੰਸਦਾਨ ਬਣਨਾ ਆ, ਤੇ ਕਦੇ ਮੰਗੀ ਮਾਲ ਨੇ ਸੋਚਿਆ ਸੀ ਇਹ ਚੀਜ਼ਾਂ? ਗੁਰਬਾਣੀ ਦੇ ਬੜਾ ਲਾਗੇ ਰਹਿਣਾ ਜੀ। ਅੱਛਾ ਜੀ। ਕਹਿੰਦੇ ਨਾ, ਸੋਚਿਆ ਸੋਚ ਨਾ ਹੋਏ, ਜੇ ਸੋਚੇ ਲੱਖ ਵਾਰ। ਕੁਛ ਸੋਚ ਕੇ ਕੁਛ ਨਹੀਂ ਹੁੰਦਾ। ਸੋਚਦਾ ਤਾਂ ਬੰਦਾ ਬੜਾ ਕੁਛ ਸੋਚਦਾ, ਤਾਂ ਮੈਂ ਪ੍ਰਧਾਨ ਮੰਤਰੀ ਬਣ ਜਾਵਾਂ। ਸੋਚ ਕੇ ਕੁਛ ਨਹੀਂ ਹੋਣਾ। ਪਰਮਾਤਮਾ ਦੀ, ਬਾਬੇ ਦੀ, ਉਹਦੀ ਸਾਰਾ ਜਿਹੜਾ ਕੰਪਿਊਟਰ ਉੱਤੇ ਰੱਖਿਆ ਨਾ ਬਾਬੇ ਨੇ, ਸਭ ਕੁਛ ਉਹਦੇ ਵਿੱਚ ਫੀਡ ਕੀਤਾ। ਥੱਲੇ ਆਪਾਂ ਤਾਂ ਇਨਸਾਨ ਥੱਲੇ ਕਰੀ ਜਾਂਦੇ, ਉਹਨੇ ਸਭ ਕੁਛ ਫੀਡ ਕੀਤਾ। ਕੱਲੀ ਕੱਲੀ ਚੀਜ਼ ਫੀਡ ਹੋ ਰਹੀ ਆ, ਤੇ ਪਹਿਲਾਂ ਵੀ ਉਹਨੇ ਕਰਕੇ ਭੇਜਿਆ ਸਾਨੂੰ, ਉਹਨੇ ਬਣਾਉਣਾ ਹੁੰਦਾ। ਦੇਖੋ, ਮੈਂ ਤਾਂ ਇੱਕ ਕਿਸਾਨ ਦਾ ਪੁੱਤ ਆ, ਮੇਰਾ ਤਾਂ ਗਾਇਕੀ ਨਾਲ ਕੋਈ ਵਾਹ ਵਾਸਤਾ ਹੀ ਨਹੀਂ। ਮੈਂ ਤਾਂ ਇਹੀ ਐਸੇ ਵੀ ਖੱਤਿਆਂ ਦੇ ਵਿੱਚ ਆਲੂ ਬੀਜ ਲਏ, ਟਮਾਟਰ ਲਾ ਲਏ, ਕਣਕ ਵੱਢ ਲਈ, ਝੋਨਾ ਲਾ ਲਿਆ, ਇਹੀ ਕੰਮ ਕਰਦਾ। ਤੇ ਜਾਂ ਮੈਂ ਇੱਥੋਂ ਜਾਂਦਾ ਬਾਹਰ ਜਾ ਕੇ ਕਿਤੇ ਟਰਾਲਾ ਚਲਾਉਂਦਾ ਕੈਨੇਡਾ ਦੇ ਵਿੱਚ ਜਾ ਕੇ ਤੇ ਹੋਰ। ਤੇ ਫਿਰ ਭੰਗੜੇ ਵੱਲ ਕਿੱਦਾਂ, ਮਤਲਬ ਭੰਗੜੇ ਵੱਲ, ਕਲਾਕਾਰੀ 'ਚ ਭੰਗੜੇ ਵੱਲ ਇਹ ਸੀਗਾ ਕਿ ਮੇਰੀ ਉਹ ਗੱਲ ਹੈ ਨਾ, ਪ੍ਰਮਾਤਮਾ ਬਣਾ ਕੇ ਭੇਜਦਾ। ਮੇਰੀ ਸ਼ੁਰੂ ਤੋਂ ਬਚਪਨ ਤੋਂ ਇੱਕ ਰੁਚੀ ਹੋ ਗਈ ਸੀ ਇੱਧਰ ਨੂੰ। ਭੰਗੜਾ ਤਾਂ ਪਾਉਣਾ ਹੀ ਪਾਉਣਾ ਸੀਗਾ। ਮੈਂ, ਤੁਸੀਂ ਯਕੀਨ ਕਰੋ ਕਿ ਮੈਂ 7ਵੀਂ ਕਲਾਸ ਵਿੱਚ ਪੜ੍ਹਦਾ ਸੀ ਜਦੋਂ ਮੈਂ ਸ਼ਹੀਦ ਭਗਤ ਸਿੰਘ ਉਹਨਾਂ ਦਾ ਗਾਣਾ ਲਿਖਤਾ ਸੀ। ਅੱਛਾ, ਕੀ ਬਾਤ। 7ਵੀਂ ਕਲਾਸ। ਮਤਲਬ ਪਹਿਲਾਂ ਗੀਤਕਾਰੀ ਸ਼ੁਰੂ ਹੋਈ? ਗੀਤਕਾਰੀ ਨਾਲ ਹੀ ਗਾਇਕੀ। ਕੀ ਬਾਤ ਹੈ। ਠੀਕ ਹੈ ਜੀ। ਔਰ ਗੀਤ ਦੇਖੋ ਕੈਸਾ ਲਿਖ ਦਿੱਤਾ ਸੀ, ਉਹਨੂੰ ਹੁਣ ਚੇਂਜ ਕਰਕੇ ਫਿਰ ਮੈਂ ਗਾਇਆ। ਅੱਛਾ। ਮਾਹੌਲ ਦੇ ਵਿੱਚ ਕਿਸਾਨ ਆ ਗਿਆ ਸੀਗਾ ਮਾਹੌਲ ਦੇ, ਪਰ ਉਹਦੀ ਲਾਈਨ ਮੈਂ ਇਹ ਲਿਖ ਦਿੱਤੀ ਸੀ,
ਤੇਤੋਂ ਪਿੱਛੋਂ ਆਪਣਿਆਂ ਨੇ ਰੱਜ ਕੇ ਕਰੀ ਬਰਬਾਦੀ, ਸੁਣ ਭਗਤ ਸਿਆਂ ਸਰਦਾਰਾ ਸਾਨੂੰ ਨਹੀਂ ਮਿਲੀ ਆਜ਼ਾਦੀ। ਕੀ ਬਾਤ ਹੈ। ਉਹ ਕਾਮਰੇਟੀ ਜਿਹੜੀ ਸੋਚ ਸੀਗੀ ਦਿਮਾਗ ਦੇ ਵਿੱਚ ਕਿ ਤੇਤੋਂ ਪਿੱਛੋਂ ਵੰਡੇ ਪੈ ਗਏ, ਆਪੋ ਆਪਣਾ ਹਿੱਸਾ ਲੈ ਗਏ, ਕੁਰਬਾਨੀ ਦੇਣੇ ਵਾਲੇ ਪੰਜਾਬ ਨੂੰ ਰੱਖਦੇ ਸਦਾ ਹੀ ਫਾਡੀ। ਬਿਲਕੁਲ ਸਹੀ ਗੱਲ ਹੈ। ਔਰ ਜਿਹੜੀ ਉਹਨਾਂ ਦੀ ਸੋਚ ਸੀ ਆਪਣੇ, ਅਸੀਂ ਜਦੋਂ ਪੰਜਾਬੀ ਗੱਲ ਕਰਦੇ ਆ ਨਾ ਤਾਂ ਭੰਗੜੇ ਦੀ ਤੁਸੀਂ ਜਿੱਦਾਂ ਗੱਲ ਕੀਤੀ ਹੈ ਕਿ ਭੰਗੜੇ ਦਾ ਮੈਂ ਜਦੋਂ ਕੀਤਾ ਸ਼ੁਰੂਆਤ ਕੀਤਾ 7ਵੀਂ ਕਲਾਸ ਦੇ ਵਿੱਚ ਹੀ ਮੈਨੂੰ ਲੱਗਿਆ ਕਿ ਕਲਾਕਾਰੀ ਦੇ ਵਿੱਚ ਆਉਣਾ ਹੈਗਾ ਆ, ਤੇ ਉਹ ਵੀ ਅਸੀਂ ਸਫ਼ਰ ਤੁਹਾਡੇ ਕੋਲ ਜਾਣਨਾ ਚਾਹਾਂਗੇ। ਭੰਗੜਾ ਨਾਲ ਨਾਲ ਹੀ ਜੀ ਕਲਾਸ ਦੇ ਵਿੱਚ ਪਾਉਂਦੇ ਹੁੰਦੇ ਸੀਗੇ, ਫਿਰ ਸ਼ੌਂਕ ਵੱਧਦੇ ਗਏ। ਹਾਈ ਸਕੂਲ ਚੋਂ ਨਿਕਲ ਕੇ ਫਿਰ ਕਾਲਜ ਵਿੱਚ ਆ ਗਏ, ਕਾਲਜ ਵਿੱਚ ਆ ਕੇ ਤਾਂ ਫਿਰ ਭੰਗੜੇ ਦੇ ਮੁੰਡਿਆਂ ਨਾਲ ਬਾਹ ਵਾਸਤਾ ਪੈ ਗਿਆ। ਮੈਂ ਭੰਗੜਾ ਵੀ ਪਾਇਆ, ਮੈਂ ਥੀਏਟਰ ਵੀ ਕੀਤਾ ਲਾਜਪੁਰ ਖਾਲਸਾ ਕਾਲਜ ਚ, ਮੈਂ ਥੀਏਟਰ ਆਰਟਿਸਟ ਵੀ ਹਾਂ। ਅੱਛਾ ਅੱਛਾ ਮੈਂ ਅੱਛਾ। ਥੀਏਟਰ ਵੀ ਕੀਤਾ, ਥੀਏਟਰ ਦੇ ਨਾਲ ਜੁੜਿਆ ਰਿਹਾ ਮੈਂ। ਹਾਂ। ਗੀਤ ਵੀ ਨਾਲ ਹੀ ਨਾਲ ਲਿਖਦਾ ਸੀ। ਫਿਰ ਮੈਂ ਕੈਸਟ ਕੰਪਨੀ ਵੀ ਬਣਾਈ। ਕੈਸਟ ਕੰਪਨੀ ਬਣਾ ਕੇ KS ਮੱਖਣ ਰਿਲੀਜ਼ ਕੀਤਾ, ਲੈਂਬਰ ਹਸੈਨਪੁਰੀ ਪਹਿਲੀਆਂ ਟੀਪਾਂ ਮੇਰੀਆਂ ਕੀਤੀਆਂ, ਲੈਂਬਰ ਹਸੈਨਪੁਰੀ, ਜਗਤਾਰ ਬਰਿਆਣਵੀ, ਮੋਹਨਵੀਰ ਮੱਲੀ, ਇਦਾਂ 5-7 ਨੰਬਰ ਕੀਤੇ। ਠੀਕ ਹੈ ਠੀਕ ਹੈ। ਉਦੋਂ ਤਾਂ ਘਰਦਿਆਂ ਦੇ ਪੈਸੇ ਖਰਾਬ ਕੀਤੇ। ਅੱਛਾ, ਤੇ ਘਰਦਿਆਂ ਵੱਲੋਂ ਫਿਰ ਕਦੀ ਏਦਾਂ ਨਹੀਂ ਹੁੰਦਾ ਸੀਗਾ ਕਿਹੜੇ ਕੰਮਾਂ ਵੱਲ ਤੁਰਿਆ ਹੋਇਆ ਆ ਕਿ ਕੰਮਕਾਰ ਜਿਹੜਾ ਸਾਡਾ ਹੈਗਾ ਆ, ਪਿਛੋਕੜ ਸਾਡਾ ਜੋ ਖੇਤੀਬਾੜੀ ਆ ਉਹੀ ਕਰਨਾ ਚਾਹੀਦਾ ਆ, ਹਨਾ? ਦੇਖੋ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਜੀ, ਮੇਰੇ ਪਿਤਾ ਜੀ ਸਰਪੰਚ ਸੀ ਪਿੰਡ ਦੇ। ਅੱਛਾ ਜੀ। ਤੇ ਮਾਤਾ ਸਾਡੀ ਨੇ ਇੱਕੋ ਗੱਲ ਕਹਿਣੀ ਵੀ ਕਿਤੇ ਹਾਂ ਰਾਹ ਦੇ ਵਿੱਚ ਗਾਉਂਦਾ ਨਾ ਜਾਈ, ਜੇ ਕਿਸੇ ਦਾ ਆਲੰਭਾ ਆ ਗਿਆ ਵੀ ਕਿਸੇ ਦੀ ਕੁੜੀ ਨੂੰ ਦੇਖ ਕੇ ਗਾਉਂਦਾ ਸੀ ਤੇ ਤੇਰੇ ਪਿਓ ਨੇ ਤੈਨੂੰ ਛੱਡਣਾ। ਨੜਬ ਬਹੁਤ ਸੀ ਸਾਡੇ ਪਿਤਾ ਜੀ, ਤੇਰੇ ਡਾਂਗ ਫਿਰਨੀ ਬਹੁਤ ਆ। ਆਪਣਾ ਫਿਰ ਸ਼ੌਂਕ ਜਾ ਕੇ ਜਿਹੜਾ ਗੁੱਬ ਘਲਾਟ ਸੀ ਉਹ ਖੂਹ ਤੇ ਮੋਟਰ ਤੇ ਗੱਡੀ ਦਾ ਸੀ, ਠੀਕ ਆ, ਉਹ ਤੇ ਹੇਕਾਂ ਹੁੱਕਾਂ ਲਾਈ ਦੀਆਂ ਸੀ। ਤੇ ਹੁਣ ਕਿੰਨੀਆਂ ਕੁ ਹੇਕਾਂ ਲਾਉਂਦੇ ਹੋ? ਨਹੀਂ, ਹੇਕਾਂ ਤਾਂ ਅੱਜ ਵੀ ਲੱਗਦੀਆਂ ਜੀ। ਦੇਖੋ ਰਿਆਜ਼ ਜਿਹੜਾ ਜ਼ਿੰਦਗੀ ਦੇ ਵਿੱਚ ਉਹ ਤਾਂ ਜ਼ਰੂਰੀ ਹੈ ਨਾ, ਅਭਿਆਸ ਤਾਂ ਜ਼ਰੂਰੀ ਆ। ਜ਼ਰੂਰੀ ਨਹੀਂ ਮੈਂ ਹੁਣ ਤੁਹਾਨੂੰ ਇੱਥੇ ਆ ਕੇ ਬੈਠਾ ਮੈਂ ਗੱਪਾਂ ਮਾਰਾਂ ਵੀ ਜੇ ਮੈਂ 5 ਵਜੇ ਉੱਠ ਖੜਦਾ ਜੀ ਮੈਂ ਬਾਜੇ ਦੇ ਉੱਤੇ ਭੈਰਵੀ ਰਾਗ ਗਾਉਣਾ ਜੀ, ਸਾਰੰਗ ਗਾਉਣਾ ਜੀ, ਉਹ ਗੱਲਾਂ ਗਲਤ ਆ। ਠੀਕ ਹੈ ਨਾ? ਸੰਗੀਤ ਇੱਕ ਸਾਧਨਾ, ਬਿਲਕੁਲ ਪਰਮਾਤਮਾ ਦਾ ਨਾਮ ਆ। ਬਿਲਕੁਲ ਬਿਲਕੁਲ ਉਹ ਕਦੇ ਵੀ ਲਿਆ ਜਾ ਸਕਦਾ, ਪਰ ਜੇ ਧੁਰ ਅੰਦਰ ਤੋਂ ਹੋਵੇ, ਧੁਰ ਅੰਦਰ ਤੋਂ ਜ਼ਰੂਰੀ ਨਹੀਂ ਤੁਸੀਂ 2 ਘੰਟੇ ਲਾਉਣੇ ਆ, 5 ਮਿੰਟ ਲੱਗੇ ਵੀ ਬਹੁਤ ਆ, ਚਾਹੇ ਉਹ ਗੱਡੀ ਦੇ ਵਿੱਚ ਇੱਕ ਮਾਹੌਲ ਬਣ ਜਾਏ। ਠੀਕ ਹੈ ਨਾ? ਬਿਲਕੁਲ ਰੂਹ ਤੋਂ ਲੱਗੇ। ਹੁਣ ਫਿਰ ਮੇਰੀ ਰੂਹ ਕਰਦੀ ਹੈ ਕਿ ਅਸੀਂ ਵੀ ਸੁਣਨਾ ਹੈ ਤੁਹਾਡੇ ਕੋਲ ਗੀਤ, ਉਹ ਵਾਲਾ ਗੀਤ ਜਿਹੜਾ ਦੂਰਦਰਸ਼ਨ ਦੇ ਵਿਹੜੇ ਦੇ ਵਿੱਚ ਤੁਸੀਂ ਗਾਇਆ ਸੀ, ਨੱਚ ਟੱਪ ਕੇ ਧਮਾਲਾਂ ਪਾਈਆਂ ਸੀ, ਉਹ ਅਸੀਂ ਜ਼ਰੂਰ ਸੁਣਨਾ ਹੈ ਤੁਹਾਡੇ ਕੋਲ। ਗੀਤ ਬਹੁਤ ਗਾਏ ਆ ਜੀ ਮੈਂ ਦੂਰਦਰਸ਼ਨ ਦੇ ਵਿੱਚ, ਬੜੀਆਂ ਤੁਹਾਡੇ ਦਿਲ ਦੇ ਕਰੀਬ ਜਿਹੜਾ ਹੈਗਾ। ਮੈਂ ਤੁਹਾਨੂੰ ਖਿੜਕੀ ਸੁਣਾ ਦਿੰਦਾ, ਬੜਾ ਮਕਬੂਲ ਹੋਇਆ ਸੀ। ਠੀਕ ਹੈ, ਜ਼ਰੂਰ। ਤੂੰ ਜਦ ਛੱਤ ਤੇ ਵਾਲ ਸਿਕਾਉਂਦੀ ਸੀ, ਉਦੋਂ ਕਾਲੀ ਕਟਾਂ ਚੜ ਆਉਂਦੀ ਸੀ, ਹੁਣ ਸੁੰਨਾ ਦਿਸੇ ਬਨੇਰਾ ਨੀ ਓਥੇ, ਨੀ ਓਥੇ, ਨੀ ਓਥੇ, ਨੀ ਓਥੇ ਕੋਈ ਨਾ ਖੜਦੀ ਏ, ਤੇਰਾ ਖਾਲੀ ਦਿਸੇ ਚਵਾਰਾ ਨੀ ਖਿੜਕੀ ਖੜ ਖੜ ਕਰਦੀ ਏ, ਤੇਰਾ ਖਾਲੀ ਦਿਸੇ ਚਵਾਰਾ ਨੀ ਖਿੜਕੀ ਖੜ ਖੜ ਕਰਦੀ ਏ। ਕੱਲ ਨਾਲ ਹਵਾ ਦੇ ਉੱਡ ਗਏ ਖਤ ਪੁਰਾਣੇ ਨੀ, ਜਿਹਨੂੰ ਸੌਂਦੀ ਸੀ ਤੂੰ ਲੈ ਕੇ ਨਾਲ ਸਰਾਣੇ ਨੀ, ਹੁਣ ਚਾਨਣੀ ਖੜ ਕੇ ਹੋ, ਹੁਣ ਚਾਨਣੀ ਖੜ ਕੇ, ਹੁਣ ਚਾਨਣੀ ਖੜ ਕੇ ਨੀ ਖਤ ਕੋਈ ਨਾ ਪੜਦੀ ਏ, ਤੇਰਾ ਖਾਲੀ ਦਿਸੇ ਚਵਾਰਾ ਨੀ ਖਿੜਕੀ ਖੜ ਖੜ ਕਰਦੀ ਏ, ਖੜ ਖੜ ਕਰਦੀ ਏ ਨੀ ਖਿੜਕੀ ਖੜ ਖੜ ਕਰਦੀ ਏ। ਕਿਆ ਬਾਤ ਹੈ, ਕਿਆ ਬਾਤ ਹੈ। ਛੱਤ ਤੇ ਵਾਲ ਸਿਕਾਉਂਦੀ ਸੀ, ਉਦੋਂ ਕਾਲੀ ਕਟਾ ਚੜ ਆਉਂਦੀ ਸੀ, ਹੁਣ ਸੁੰਨਾ ਦਿਸੇ ਬਨੇਰਾ ਨੀ ਓਥੇ ਕੋਈ ਨਾ ਖੜਦੀ ਏ, ਤੇਰਾ ਖਾਲੀ ਦਿਸੇ ਚਵਾਰਾ ਨੀ ਖਿੜਕੀ ਖੜ ਖੜ ਕਰਦੀ ਏ, ਤੇਰਾ ਖਾਲੀ ਦਿਸੇ ਚਵਾਰਾ ਨੀ ਖਿੜਕੀ ਖੜ ਖੜ ਕਰਦੀ ਏ, ਖੜ ਖੜ ਕਰਦੀ ਏ ਨੀ ਖਿੜਕੀ ਖੜ ਖੜ ਕਰਦੀ ਏ।
ਗਏ ਖੱਤ ਪੁਰਾਣੇ ਨੀ ਜਿਹਨੂੰ ਸੌਂਦੀ ਸੀ ਤੂੰ ਲੈ ਕੇ ਨਾਲ ਸਿਰਾਣੇ ਨੀ ਕੱਲ ਨਾਲ ਹਵਾ ਦੇ ਉੱਡ ਗਏ ਖੱਤ ਪੁਰਾਣੇ ਨੀ ਜਿਹਨੂੰ ਸੌਂਦੀ ਸੀ ਤੂੰ ਲੈ ਕੇ ਨਾਲ ਸਿਰਾਣੇ ਨੀ ਹੁਣ ਚਾਨਣੀ ਖੜ ਕੇ ਹੁਣ ਚਾਨਣੀ ਖੜ ਕੇ ਨੀ ਖੱਤ ਕੋਈ ਨਾ ਪੜਦੀ ਏ ਤੇਰਾ ਖਾਲੀ ਦਿਸੇ ਚਵਾਰਾਂ ਨੀ ਖਿੜਕੀ ਖੜ ਖੜ ਕਰਦੀ ਏ ਖਾਲੀ ਦਿਸੇ ਚਵਾਰਾਂ ਨੀ ਖਿੜਕੀ ਖੜ ਖੜ ਕਰਦੀ ਏ ਖੜ ਖੜ ਕਰਦੀ ਏ ਨੀ ਖਿੜਕੀ ਖੜ ਖੜ ਕਰਦੀ ਏ ਤੇਰਾ ਅੱਜ ਵੀ ਚੇਤੇ ਆਉਂਦਾ ਚੁੰਨੀ ਚੱਬ ਚੱਬ ਕੇ ਹੱਸਣਾ ਵੇਖ ਰਹੇ ਨੇ ਲੋਕੀ ਨਾਲ ਇਸ਼ਾਰੇ ਦੇ ਦੱਸਣਾ ਤੇਰਾ ਅੱਜ ਵੀ ਚੇਤੇ ਆਉਂਦਾ ਚੁੰਨੀ ਚੱਬ ਚੱਬ ਕੇ ਹੱਸਣਾ ਉਹ ਵੇਖ ਰਹੇ ਨੇ ਲੋਕੀ ਨਾਲ ਇਸ਼ਾਰੇ ਦੇ ਦੱਸਣਾ ਕਰ ਲੁਕਮੇ ਜੇ ਇਸ਼ਾਰੇ ਕਰ ਲੁਕਮੇ ਜੇ ਇਸ਼ਾਰੇ ਨੀ ਹੁਣ ਕੋਈ ਨਾ ਲੜਦੀ ਏ ਤੇਰਾ ਖਾਲੀ ਦਿਸੇ ਚਵਾਰਾਂ ਨੀ ਖਿੜਕੀ ਖੜ ਖੜ ਕਰਦੀ ਏ ਖਾਲੀ ਦਿਸੇ ਚਵਾਰਾਂ ਨੀ ਖਿੜਕੀ ਖੜ ਖੜ ਕਰਦੀ ਏ ਕਿਆ ਬਾਤ ਹੈ, ਖਿੜਕੀ ਖੜਖੜ ਕਰਦੀ ਹੈ। ਮਤਲਬ ਸ਼ਬਦਾਂ ਦੇ ਵਿੱਚ ਵੀ ਇੰਨੀ ਸੋਹਣੀ ਗੱਲਾਂ ਬਾਤਾਂ ਇੱਕ ਦੂਸਰੇ ਦੇ ਨਾਲ ਕੀਤੀਆਂ ਜਾਂਦੀਆਂ ਨੇ ਨਾ। ਗੀਤ ਇੱਕ ਜਿਹੜਾ ਹੁੰਦਾ ਹੈ ਉਹ ਸਾਡੇ ਭਾਵ ਨੂੰ, ਅਹਿਸਾਸਾਂ ਨੂੰ ਦੂਸਰੇ ਤੱਕ ਪਹੁੰਚ ਦਾ ਇੱਕ ਜ਼ਰੀਆ ਹੁੰਦਾ ਹੈ ਨਾ। ਹੁਣ ਜਿੱਦਾਂ ਚੁੰਨੀ ਦੰਦਾਂ ਥੱਲੇ ਦੱਬਦੀ, ਕਿੰਨਾ ਸੋਹਣਾ ਮਤਲਬ ਉਹ ਸਾਰਾ ਮਾਹੌਲ ਸੱਚੀ ਲੱਗਦਾ ਹੁੰਦਾ ਹੈ ਕਿ ਆਪਣੀ ਕਲਪਨਾ ਬਣ ਜਾਂਦੀ ਹੈ ਕਿ ਆਲੇ ਦੁਆਲੇ ਕਿ ਉਹ ਚੀਜ਼ਾਂ ਆਉਂਦੀਆਂ ਨੇ, ਹੈ ਨਾ। ਇੱਕ ਮੈਂ ਹੁਣ ਤੁਹਾਨੂੰ ਉਹ ਸਵਾਲ ਪੁੱਛਣਾ ਹੈ ਜਿਹੜਾ ਮੇਰਾ ਬਹੁਤ ਹੀ ਦਿਮਾਗ ਦੇ ਵਿੱਚ ਘੁੰਮਦਾ ਪਿਆ ਸੀ। ਇਹ ਮੰਗੀ ਮਾਲ ਨਾਮ ਕਿਹਨੇ ਦਿੱਤਾ? ਮੰਗੀ ਮੇਰਾ ਘਰ ਦਾ ਛੋਟਾ ਨਾਮ ਸੀਗਾ ਜੀ। ਅੱਛਾ। ਮਾਲ ਸਾਡਾ ਗੋਤ ਹੈ। ਅੱਛਾ, ਯਾਨੀ ਕਿ ਆਪਣਾ ਪੂਰਾ ਨਾਮ ਲੈ ਕੇ ਇਸ ਸਫ਼ਰ ਦੇ ਵਿੱਚ ਸ਼ੁਰੂ ਨਹੀਂ ਹੋਏ। ਮੰਗੀ ਕਹਿੰਦੇ ਸੀ, ਮਗਰ ਮਾਲ ਲੱਗ ਗਿਆ ਜੀ। ਅੱਛਾ, ਠੀਕ ਹੈ। ਅਦਾਕਾਰੀ ਦੀ ਗੱਲ ਕਰਦੇ ਆ, ਐਕਟਿੰਗ ਦਾ ਸਫ਼ਰ ਵੀ ਤੁਸੀਂ ਸ਼ੁਰੂ ਕਰਤਾ, ਨਾਲ ਦੀ ਨਾਲ ਐਕਟਿੰਗ ਕਰਨੀ ਵੀ ਸ਼ੁਰੂ ਕੀਤੀ। ਤੁਸੀਂ ਕਿਹਾ ਕਿ ਮੈਂ ਥੀਏਟਰ ਜੁਆਇਨ ਕੀਤਾ, ਬਹੁਤ ਸਾਰੀਆਂ ਤੁਸੀਂ ਸਕਿੱਲਸ ਜਿਹੜੀਆਂ ਨੇ ਉਹ ਥੀਏਟਰ ਦੇ ਵਿੱਚ ਸਿੱਖੀਆਂ ਹੋਣਗੀਆਂ, ਹੈ ਨਾ। ਅਦਾਕਾਰੀ ਦੇ ਵਿੱਚ ਕਿਸ ਤਰ੍ਹਾਂ ਸਬੱਬ ਬਣ ਗਿਆ, ਕਿੱਦਾਂ ਲੱਗਿਆ ਕਿ ਇੱਕ ਵੱਡੇ ਪਰਦੇ ਤੇ ਆਪਣੇ ਆਪ ਨੂੰ ਇੱਕ ਜਿਹੜਾ ਦਿਖਾਉਣਾ ਹੈ? ਮੈਂ ਅੱਜ ਤੋਂ ਪਿੱਛੇ ਤੁਸੀਂ ਚੱਲ ਜਾਓ, 9 ਸਾਲ ਪਿੱਛੇ ਚੱਲ ਜਾਓ ਮੇਰੇ ਖਿਆਲ ਨਾਲ। ਮੈਨੂੰ ਇੱਕ ਪ੍ਰੋਡਿਊਸਰ ਆਏ ਕਿ ਕਹਿੰਦੇ ਅਸੀਂ ਫਿਲਮ ਕਰਨੀ ਆ। ਪਹਿਲਾਂ ਤਾਂ ਮੈਂ ਕਰਦਾ ਨਹੀਂ ਸੀਗਾ। ਅੱਛਾ। ਕਹਿੰਦੇ ਜੀ ਫਿਲਮ ਕਰਨੀ ਆ ਉਹਦੇ ਨਾਲ ਅਸ਼ਮਿਤ ਪਟੇਲ ਨਾਲ, ਅਮੀਸ਼ਾ ਪਟੇਲ ਦਾ ਭਰਾ ਸੀ। ਅੱਛਾ ਜੀ। ਉਹਦੇ ਨਾਲ ਫਿਲਮ ਕਰਨੀ ਆ। ਮੈਂ ਕਿਹਾ ਯਾਰ ਬੰਦਾ ਵੱਡਾ ਕੱਦ ਆ, ਬੰਬੇ ਤੋਂ ਆਉਣਾ, ਇਹਨਾਂ ਮੈਂ ਕਰਦਾ ਫਿਲਮ ਜ਼ਰੂਰ, ਚਲੋ ਕਰ ਲੈਂਦੇ ਆ ਜੀ। ਠੀਕ ਹੈ। ਪਹਿਲਾਂ ਸਕ੍ਰਿਪਟ ਹੋਰ ਸੀ, ਸਟੋਰੀ ਹੋਰ ਸੀ। ਠੀਕ ਹੈ। ਜਦੋਂ ਸ਼ੁਰੂ ਕੀਤੀ ਉਹਦਾ ਕੁਝ ਹੋਰ ਹੀ ਬਣ ਗਿਆ। ਉਹਦੇ ਵਿੱਚ ਆਰਟਿਸਟ ਬੜੇ ਵੱਡੇ ਸੀ ਪੰਜਾਬ ਦੇ, ਤਕਰੀਬਨ ਸਾਰੇ ਨਾਮੀ ਆਰਟਿਸਟ ਸੀ। BN ਸ਼ਰਮੇ ਹੁਣੀ, ਰਾਣਾ ਰਣਵੀਰ ਲਾ ਲਓ, ਜਿੰਨੇ ਵੀ ਮੇਰੇ ਖਿਆਲ ਦੇ ਨਾਲ ਸਾਰੇ ਹੀ ਸੀਗੇ। ਠੀਕ ਹੈ। ਪਰ ਇੱਕ ਗੱਲ ਪੱਕੀ ਹੈ ਜੀ, ਅਸੀਂ ਸਿੱਖੀ ਇਹ ਗੱਲ, ਮੇਰੀ ਹੁਣ ਵੀ ਇਹ ਧਾਰਨਾ, ਫਿਲਮ ਨਹੀਂ ਚੱਲਦੀ, ਕਨਸੈਪਟ ਚੱਲਦਾ। ਹੀਰੋ ਨਹੀਂ ਚੱਲਦਾ। ਹੀਰੋ ਤਾਂ ਵੱਡੇ ਫਲॉप ਹੁੰਦੇ ਆ, ਹੋਏ ਆ, ਦੇਖ ਲਓ ਤੁਸੀਂ। ਔਰ ਤੁਸੀਂ ਇਹ ਦੇਖੋ ਕਿ ਵਾਗ ਮਿਲਖਾ ਵਾਗ ਜੀ ਦੀ ਫਿਲਮ ਆਈ ਸੀ, ਸਾਰੇ ਅਵਾਰਡ ਚੁੱਕ ਕੇ ਲੈ ਗਈ। ਠੀਕ ਹੈ ਜੀ। ਉਸ ਤੋਂ ਬਾਅਦ ਉਹਦੀਆਂ ਕਿੰਨੀਆਂ ਫਿਲਮਾਂ ਆਈਆਂ, ਮੈਨੂੰ ਇੱਕ ਫਿਲਮ ਦਾ ਨਾਮ ਦੱਸੋ। ਬਿਲਕੁਲ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ। ਕਨਸੈਪਟ, ਹਾਂ। ਤੇ ਇਸ ਕਰਕੇ ਫਿਰ ਇੱਕ ਉਸ ਤੋਂ ਬਾਅਦ ਇੱਕ ਫਿਲਮ ਆਈ ਜਾਨ ਤੋਂ ਪਿਆਰਾ, ਉਹ ਮੈਂ ਸੀਗਾ, ਹੋਰ ਆਰਟਿਸਟ ਨਿੱਕੂ ਸੀ, ਜੁਝਾਰ ਸੀ, ਜਾਂ ਹੋਰ ਕਈ ਸੀਗੇ, ਉਹਨਾਂ ਨੇ ਰਲ ਕੇ ਕੀਤੀ। ਉਹਦੇ ਵਿੱਚ ਵੀ ਜਦੋਂ ਸਕ੍ਰਿਪਟ ਲੈ ਕੇ ਆਏ, ਬਹਿ ਗਏ ਭਾਜੀ, ਆਹ ਕਰੈਕਟਰ ਆ ਲੱਖੇ ਦਾ ਤਾਂ ਗਿੱਲ ਦਾ, 2 ਬੰਦਿਆਂ ਦਾ ਸਟਾਰਟਿੰਗ ਦੇ ਵਿੱਚ, ਉਹ ਕਾਲਜ ਦੇ ਵਿੱਚ ਕੁੜੀਆਂ ਨੂੰ ਛੇੜਦੇ। ਅੱਛਾ। ਉਹ ਤੇ ਇੱਕ ਇੰਟਰਵਲ ਤੋਂ 1 ਮਿੰਟ ਪਹਿਲਾਂ ਕਰੈਕਟਰ ਹੁੰਦਾ ਸੀ, ਉਹ ਜੱਗਾ ਸੀਗਾ। ਅੱਛਾ ਜੀ। ਮੈਂ ਕਿਹਾ ਮੈਂ ਤਾਂ ਚੱਕਣਾ। ਕਹਿੰਦਾ ਲੈ ਤੁਸੀਂ ਪੂਰੀ ਫਿਲਮ ਚ ਰਹੋਗੇ। ਮੈਂ ਕਿਹਾ ਨਾ,
ਮੈਨੂੰ ਪਤਾ ਹੈ ਮੈਂ ਇਸ ਕਰੈਕਟਰ ਦੇ ਨਾਲ ਇਨਸਾਫ ਕਰ ਸਕਦਾ। ਮੈਨੂੰ ਪੂਰੀ ਫਿਲਮ 'ਚ ਰਹਿਣ ਦਾ ਸ਼ੌਕ ਨਹੀਂ। ਮੇਰੇ ਸੀਨ 5 ਆ ਗਏ ਤਾਂ ਮੈਂ 5 'ਚ ਦੱਸ ਦੂੰਗਾ ਕਿ ਮੈਂ ਕੀ ਸਿੱਖਿਆ। ਅੱਛਾ, ਠੀਕ ਹੈ ਜੀ। ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਪੂਰੀ ਫਿਲਮ ਦੇ ਵਿੱਚ ਤੁਰੇ ਫਿਰੋ। ਠੀਕ ਹੈ ਨਾ। ਕੁੜੀ ਦਾ ਹੱਥ ਫੜ ਕੇ ਕਦੀ ਐ ਨੂੰ ਖਿੱਚ ਲਓ, ਕਦੀ ਐ ਨੂੰ ਲੈ ਜਾਓ। ਠੀਕ ਹੈ ਨਾ। ਔਰ ਦੂਸਰੀ ਗੱਲ, ਇੱਕ ਗੱਲ ਹੋਰ ਦੇਖੋ ਤੁਸੀਂ, ਸਾਡਾ ਇੰਡਸਟਰੀ ਬਹੁਤ ਜਿਹੜੀ ਇਸ ਵੇਲੇ ਗਰੋ ਕਰ ਰਹੀ ਪੰਜਾਬੀ, ਬਿਲਕੁਲ, ਹਾਂਜੀ, ਬਹੁਤ ਜ਼ਿਆਦਾ ਜਿਹੜਾ ਕੰਮ ਮਿਲ ਰਿਹਾ, ਪਰ ਉਹਦੇ ਨਾਲ ਨਾਲ ਇਹ ਜ਼ਰੂਰ ਆ ਕਿ ਉਹਦੇ ਵਿੱਚ ਇੱਕੋ ਤਰ੍ਹਾਂ ਦਾ ਕਨਸੈਪਟ ਚੱਲ ਪੈਂਦਾ। ਸਾਡੇ ਪੰਜਾਬੀਆਂ ਦੀ ਪਤਾ ਨਹੀਂ ਇਹ ਕੀ ਆਦਤ ਆ ਕਿ ਉਹਦਾ ਮੈਜੇ ਕੱਢ ਦਿੰਦੇ ਆ ਜਿਹੜਾ ਇੱਕ ਵਾਰੀ ਕਨਸੈਪਟ ਵੇਖਦਾ। ਹਾਂ, ਜਿਹੜਾ ਦੇਖੋ ਤੁਸੀਂ ਅਮਰਿੰਦਰ ਗਿੱਲ ਦੀ ਜੇ ਫਿਲਮ ਚੱਲੀ ਆ ਤਾਂ ਮੁੜ ਕੇ ਸਾਰੇ ਪਾਕਿਸਤਾਨੀਆਂ ਨੂੰ ਲੈਣ ਲੱਗ ਪਏ ਉਹ ਜਿਹੜੇ ਆਰਟਿਸਟ ਆ। ਠੀਕ ਹੈ ਜੀ। ਮਤਲਬ ਤੁਸੀਂ ਕਿਸੇ ਕਨਸੈਪਟ ਤੇ ਤਾਂ ਕੰਮ ਕਰੋ। ਥੋੜੇ ਕਨਸੈਪਟ ਸਾਡੇ ਪੰਜਾਬ ਦੇ ਵਿੱਚ ਤਾਂ ਸਾਡਾ ਤਾਂ ਵਿਰਸਾ ਹੀ ਐਸਾ ਆ। ਠੀਕ ਹੈ ਜੀ। ਇੱਥੇ ਹੁਣ ਤੁਸੀਂ ਦੇਖੋ ਹੀਰ ਰਾਂਝਾ ਸੱਸੀ ਪੁੰਨੂ ਜੇ ਉਹ ਜਿੰਨੇ ਆਸ਼ਕ ਸਾਰੇ ਆ ਉਹ ਸਾਰੇ ਪੰਜਾਬੀ ਆ, ਉਹ ਮਰਾਠੀ ਥੋੜੋ ਆ। ਠੀਕ ਹੈ ਜੀ। ਸਾਡੇ ਜਾਣੀ ਹੋਰ ਕਨਸੈਪਟ ਬੜੇ ਆ। ਠੀਕ ਹੈ ਨਾ। ਸਾਡੇ ਕੁਰਬਾਨੀਆਂ ਦੇ, ਸਾਡੇ ਸ਼ਹੀਦੀਆਂ ਨਾਲ ਭਰਿਆ ਪਿਆ ਪੰਜਾਬ, ਬੜੇ ਕਨਸੈਪਟ ਆ। ਤੁਸੀਂ ਇਹਨਾਂ ਕਨਸੈਪਟਾਂ ਤੇ ਤਾਂ ਲੈ ਕੇ ਆਓ ਕੁਛ ਨਾ ਕੁਛ। ਲੋਕਾਂ ਨੂੰ ਦੇਖੋ, ਆਉਣ ਵਾਲੀ ਜਨਰੇਸ਼ਨ ਨੂੰ ਕੁਛ ਨਾ ਕੁਛ ਫਿਲਮ ਤੋਂ ਸਿੱਖਣ ਨੂੰ ਤਾਂ ਮਿਲੇ, ਕੋਈ ਮੈਸੇਜ ਤਾਂ ਹੋਵੇ ਫਿਲਮ ਦੇ ਵਿੱਚ। ਉਹੋ ਹੀ ਇੱਕ ਜਣਾ ਪੌੜੀ ਲਾ ਕੇ ਇਧਰੋਂ ਲੈ ਗਿਆ, ਇੱਕ ਨੇ ਉੱਥੇ ਰੱਖਦੀ, ਇੱਕ ਨੇ ਉਹ ਕਰੀ ਆ। ਇੱਕ ਕਨਸੈਪਟ ਨਹੀਂਗਾ। ਦੇਖੋ ਮੇਰੀ ਸੋਚ ਇਹ ਆ, ਮੈਨੂੰ ਨਹੀਂ ਪਤਾ, ਕਨਸੈਪਟ ਤੇ ਫਿਲਮਾਂ ਆਉਣੀਆਂ ਚਾਹੀਦੀਆਂ। ਠੀਕ ਹੈ, ਕਿਤੇ ਨਾ ਕਿਤੇ ਕਮੇਡੀ ਜ਼ਰੂਰੀ ਆ ਫਿਲਮ ਦੇ ਵਿੱਚ। ਹੁਣ ਪਹਿਲੀਆਂ ਫਿਲਮਾਂ ਦੇਖ ਲਓ, ਪਹਿਲੀਆਂ ਫਿਲਮਾਂ ਦੇ ਵਿੱਚ ਮੇਰ ਮਿੱਤਰ ਹੁਣੀ ਆਉਂਦੇ ਹੁੰਦੇ ਸੀ ਨਾ, ਉਹ ਆਉਂਦਿਆਂ ਬੋਲਦਾ ਕੁਛ ਨਹੀਂ ਸੀਗਾ। ਮੇਰ ਮਿੱਤਰ, ਅਸੀਂ ਛੋਟੇ ਛੋਟੇ, ਸਾਨੂੰ ਪਤਾ ਹੀ, ਆਉਂਦਿਆਂ ਹੱਸਣ ਲੱਗ ਪਿਆ, ਮੇਰ ਮਿੱਤਰ ਆ ਗਿਆ, ਹਨ ਹਾਸਾ ਖਿੜ ਜਾਂਦਾ ਸੀ। ਇਹਨਾਂ ਨੇ ਹੁਣ ਇੰਨਾ ਕੁ ਮਿੱਝ ਮਾਰ ਦਿੱਤਾ, ਇਹ ਆਉਂਦੇ ਵੀ ਆ, ਗੱਲ ਵੀ ਕਰਦੇ ਨੇ, ਗੱਲ ਦਾ ਸਵਾਦ ਹੀ ਨਹੀਂ ਆਉਂਦਾ, ਹਾਸਾ ਤਾਂ ਆਉਂਦਾ ਨਹੀਂ, ਪਤਾ ਨਹੀਂ ਕੀ ਕਰੀ ਜਾਂਦੇ ਆ। ਠੀਕ ਹੈ ਨਾ। ਇੱਕ ਸਵਾਦ ਦੇਖੋ, ਸਬਜ਼ੀ ਲਾ ਲਓ ਚਾਹੇ ਦਾਲ ਲਾ ਲਓ, ਤੜਕਾ ਲਾ ਲਓ, ਤੜਕੇ ਦੇ ਵਿੱਚ ਹਰ ਚੀਜ਼ ਪਾਈ ਜਾਂਦੀ। ਇਦਾਂ ਹੀ ਫਿਲਮ ਆ। ਥੋੜਾ ਜਿਹਾ ਧਨੀਆ ਪਾਇਆ ਜਾਂਦਾ, ਕਿਤੇ ਜੀਰਾ ਭੁੰਨ ਕੇ ਪਾਤਾ। ਹੁਣ ਜੇ ਕੱਲਾ ਹੀ ਜੀਰਾ ਪਾ ਦਿੱਤਾ ਜਾਵੇ ਉਹ ਸਵਾਦ ਲੱਗੂ, ਕੱਲਾ ਹੀ ਧਨੀਆ ਪਾ ਦਿੱਤਾ ਜਾਵੇ ਸਵਾਦ ਲੱਗੂ, ਕਿਤੇ ਪਿਆਜ਼ ਪੈਂਦਾ, ਕਿਤੇ ਟਮਾਟਰ ਪੈਂਦਾ, ਕਿਤੇ ਇਹ ਇਦਾਂ ਤੜਕੇ ਬਣ ਕੇ ਇੱਕ ਫਿਲਮ ਹੈ। ਇਹਨੂੰ ਪੂਰੇ ਇਹਨੂੰ ਗੁਲਦਸਤੇ ਨੂੰ ਜਿਹੜਾ ਉਹ ਘੜ ਕੇ ਲੈ ਕੇ ਆਉਣਾ ਪੈਂਦਾ। ਮੇਰੀ ਸੋਚ ਇਹ ਆ, ਚਾਹੇ ਮੈਨੂੰ ਪਤਾ ਨਹੀਂ ਕੀ ਗੱਲ, ਮੈਂ ਉਖੜ ਸੁਭਾਅ ਦਾ ਆ, ਮੇਰੀ ਸੋਚ ਇਹ ਆ ਕਿ ਮੈਂ ਫਿਲਮ ਕਰੂੰਗਾ ਤੇ ਜਿੱਦਣ ਆਊਗਾ ਕਨਸੈਪਟ ਉੱਤੇ ਕਰੂੰਗਾ, ਨਹੀਂ ਤਾਂ ਮੈਂ ਫਿਲਮ ਕਰਨੀ ਹੀ ਨਹੀਂ। ਕਿਉਂ? ਇਹਦੀ ਵਜ੍ਹਾ, ਸੌਰੀ ਮੈਂ ਕਹਿਣਾ, ਇਹਦੀ ਵਜ੍ਹਾ ਇਹ, ਮੈਂ ਤਾਂ ਅੱਗੇ ਵੀ ਇੰਟਰਵਿਊ 'ਚ ਕਿਸੇ ਨੇ ਪੁੱਛਿਆ, ਉਹ ਕਹਿੰਦਾ ਕਿਉਂ ਪੈਸੇ ਚਾਰ ਬਣਦੇ ਆ, ਬਣਾ ਲਾ, ਟਾਈਮ ਹੀ ਹੁੰਦਾ ਹੈ ਬੰਦੇ ਦਾ ਪੈਸੇ ਚਾਰ ਪੈਸੇ ਬਣਾਉਣ ਦਾ। ਮੈਂ ਕਿਹਾ ਪੈਸੇ ਤਾਂ ਮੈਂ ਜੋੜ ਦੂੰਗਾ, ਕੋਈ ਨਹੀਂ, ਪੈਸੇ ਤਾਂ ਰੱਬ ਨੇ ਦਿੱਤੇ, ਮਹਾਰਾਜ ਨੇ ਰੋਟੀ ਪਾਣੀ ਦੇ ਬੜੇ ਵਧੀਆ ਵਸੀਲੇ ਬਣਾਏ ਆ। ਪਰ ਜਦੋਂ ਕੱਲ ਨੂੰ ਮੈਂ ਦੁਨੀਆ ਤੋਂ ਚਲ ਗਿਆ, ਮੈਂ ਮਰ ਮੁੱਕ ਗਿਆ, ਮੇਰੇ ਨਿਆਣਿਆਂ ਨੂੰ ਜਦੋਂ ਦੇਖਣਗੇ ਉੱਥੇ ਯੂਟਿਊਬਾਂ ਤੇ ਜਾਂ ਹੋਰ ਫਿਲਮਾਂ ਦੇਖਣਗੇ, ਉਹ ਇੱਕ ਗੱਲ ਤਾਂ ਜ਼ਰੂਰ ਕਹਿਣਗੇ, ਪਾਪਾ ਤੁਹਾਡਾ ਫਿਲਮਾਂ ਕਰਦਾ ਹੁੰਦਾ ਸੀ ਕਿ ਹਾਂ 10 ਕੀਤੀਆਂ ਸੀ, ਅੱਛਾ 10 ਫਲੋਪ। ਠੀਕ ਹੈ। 10 ਪਾਪੇ ਨੇ ਕੀਤੀਆਂ ਸੀ, 10 ਦੂਰ ਦੀ ਸੋਚਣੀ ਆ, ਚੰਗੀ ਸੋਚਣੀ ਆ, ਭਵਿੱਖ ਨੂੰ ਲੈ ਕੇ ਸੋਚਣੀ ਆ, ਚੰਗਾ ਕਰ ਜਾਓ। ਬਿਲਕੁਲ ਬਿਲਕੁਲ ਬਿਲਕੁਲ। ਔਰ ਇਹ ਸੋਚ ਸਾਰੇ ਇਨਸਾਨਾਂ ਦੇ ਵਿੱਚ ਹੋਵੇ ਤਾਂ ਚੰਗੀ ਗੱਲ ਹੈ। ਜਿਵੇਂ ਕਿ ਤੁਸੀਂ ਕਿਹਾ ਕਿ ਮੈਂ ਅਦਾਕਾਰੀ ਦੇ ਵਿੱਚ ਵੀ ਰਿਹਾ, ਔਰ ਮੈਂ ਆਪਣੇ ਹਿਸਾਬ ਦੇ ਨਾਲ ਆਪਣੇ ਹੀ ਡਾਇਲੌਗਸ ਦੀ ਜਾਂ ਆਪਣੇ ਹੀ ਜਿੰਨੇ ਵੀ ਤੁਹਾਨੂੰ ਦਿੱਤਾ ਗਿਆ ਕੰਮ ਉਨਾ ਹੀ ਤੁਸੀਂ ਚੂਜ਼ ਕੀਤਾ। ਉਹਦੇ ਵਿੱਚੋਂ ਛੋਟਾ ਜਿਹਾ ਡਾਇਲੌਗ ਹੋ ਜਾਵੇ ਫਿਰ ਸਾਡੇ ਨਾਲ ਸਾਂਝਾ ਕਰੋ। ਇੱਕ ਫਿਲਮ ਦਾ ਡਾਇਲੌਗ ਸੀਗਾ ਕਿ ਉਹ ਤੁਰਿਆ ਜਾਂਦਾ, ਗੱਡੀ ਦਾ ਟਾਇਰ ਪੈਂਚਰ ਹੋ ਜਾਂਦਾ ਕੁੜੀ ਦਾ। ਅੱਛਾ। ਤੇ ਮੇਰਾ ਬੜਾ ਦਿਖਾਲਿਆ ਕਿ ਮੈਂ ਉਸ ਕੁੜੀ ਨੂੰ ਮੁਹੱਬਤ ਕਰਦਾ, ਤਾਂ ਮੈਂ ਉਖੜ ਜਾ ਵੀ ਆ ਤਾਂ ਮੁਹੱਬਤ ਕਰਦਾ, ਪਰ ਜਦੋਂ ਟਾਇਰ ਪੈਂਚਰ ਹੁੰਦਾ ਤੇ ਮੈਂ ਉਹਦੇ ਮਗਰ ਮਗਰ ਹੀ ਮੇਰੀ ਗੱਡੀ ਵੀ ਹੁੰਦੀ ਹੈ ਨਾ, ਤੂੰ ਕੋਸ਼ਿਸ਼ ਕਰਦੀ ਹੈ ਟਾਇਰ ਨਹੀਂ ਲੈਤਾ ਨਾ, ਮੈਂ ਜਾ ਕੇ ਇਦਾਂ ਕਰਕੇ ਟਾਇਰ, ਵਾਹ ਕੀ ਗੱਲ ਹੋਈ ਮਾਹੀ, ਕੀ ਹੋਇਆ? ਕਹਿੰਦੀ ਟਾਇਰ ਪੈਂਚਰ ਹੋ ਗਿਆ ਗੱਡੀ ਦਾ। ਕੀ ਗੱਲ ਹੈ? ਕਹਿੰਦੀ ਜੈਕ ਹੈ ਨਹੀਂ। ਕਹਿੰਦਾ ਕੋਈ ਗੱਲ ਨਹੀਂ, ਜੇ ਜੈਕ ਨਹੀਂ ਜੱਟ ਤਾਂ ਹੈ ਨਾ, ਗੱਡੀ ਚੈੱਕ ਦਿੰਦਾ ਤਾਂ ਨਾ। ਪੰਜਾਬੀ ਫਿਲਮਾਂ 'ਚ ਪਹਿਲੇ ਕਿੱਦਾਂ ਦੇ ਹੁੰਦੇ। ਹਾਂ, ਬੜੇ ਭਾਵਕ ਡਾਇਲੌਗ ਸੀਗਾ ਇੱਕ ਫਿਲਮ ਦਾ, ਜਾਨ ਤੋਂ ਪਿਆਰੇ ਦਾ, ਕਿ ਮੇਰੀ ਮੁਹੱਬਤ, ਮੇਰਾ ਵਿਆਹ ਹੋ ਰਿਹਾ ਹੁੰਦਾ, ਉਹ ਮੇਰੇ ਬਾਪ ਕਰਕੇ ਟੁੱਟ ਜਾਂਦਾ। ਉਹਦੀ ਸ਼ਰਾਬ ਮਾੜੀ ਹੁੰਦੀ, ਕੋਈ ਸ਼ਰਾਬ ਪਲਾ ਕੇ ਚੱਕ ਦਿੰਦਾ, ਤੁਹਾਨੂੰ ਇਹ ਜ਼ਹਿਰ ਲੱਗੇ ਰੋਟੀ ਦੇਣ। ਉੱਥੇ ਬੜਾ ਭਾਵਕ ਜਿਹਾ ਇੱਕ ਡਾਇਲੌਗ ਸੀਗਾ, ਤਾਂ ਬੜਾ ਵਧੀਆ ਸੀਗਾ। ਕਹਿੰਦਾ ਜਦੋਂ ਭੇਜਦਾ ਸਾਹਮਣੇ ਦਾ, ਬਾਪੂ ਤੈਨੂੰ ਕਿਹਾ ਸੀ ਨਾ ਮੇਰੀ ਮੁਹੱਬਤ ਵਿੱਚ ਨਾ ਆਈ, ਸ਼ਰਾਬ ਨਾ ਪੀਵੀਂ, ਸ਼ਰਾਬ ਪੀ ਕੇ ਤੂੰ ਮੇਰੀ ਮੁਹੱਬਤ ਦਾ ਕਤਲ ਕਰਤਾ ਅੱਜ। ਕੀ ਬਾਤ ਹੈ, ਬਹੁਤ ਖੂਬ। ਇਦਾਂ ਦੇ ਜਿੱਦਾਂ ਡਾਇਲੌਗ।
ਗੀਤ ਦੇ ਵਿੱਚ ਸੋਹਣਾ ਮਾਹੌਲ ਬਣਾ ਕੇ ਹਨਾ, ਗੀਤਕਾਰੀ ਵੀ ਤੁਸੀਂ ਦੱਸ ਦਿੱਤੀ, ਹੁਣ ਤੁਸੀਂ ਅਦਾਕਾਰੀ ਦਾ ਵੀ ਦੱਸ ਦਿੱਤਾ, ਤਾਂ ਤਿੰਨਾਂ ਦੇ ਵਿੱਚ ਬਹੁਤ ਅਸੀਂ ਡੁੱਬ ਕੇ ਸਾਰੀਆਂ ਚੀਜ਼ਾਂ ਨੂੰ ਬੜਾ ਹੀ ਉਹਦਾ ਆਨੰਦ ਮਾਣ ਰਹੇ ਹਾਂ। ਜਦੋਂ ਨਾ ਸ਼ੌਂਕ ਦੀ ਗੱਲ ਕਰਦੇ ਹੋ, ਤੁਸੀਂ ਕਿਹਾ ਕਿ ਪਰਮਾਤਮਾ ਇੱਕ ਕੰਪਿਊਟਰ ਆ, ਉਹਨੇ ਸਭ ਕੁਝ ਤੁਹਾਡਾ ਸਭ ਕੁਝ ਪਹਿਲੇ ਹੀ ਰਚ ਦਿੱਤਾ ਆ ਜੀ, ਤੁਸੀਂ ਸਿਰਫ ਉਹਦੇ ਆਦੇਸ਼ ਦੀ ਪਾਲਣਾ ਕਰਦੇ ਹੋ। ਹੋਰ ਕਿਹੜੇ ਸ਼ੌਂਕ ਨੇ ਮੰਗੀ ਮਾਲ ਦੇ? ਮਿੱਤਰਾਂ 'ਚ ਬੈਠੀਦਾ ਏ, ਖਾਈਦਾ ਏ, ਪੀਦਾ ਏ, ਅੱਛਾ, ਨਾਲੇ ਸ਼ੌਂਕ ਪਗਾਈਏ ਸਾਰੇ, ਨਹੀਂ ਬਾਬੇ ਦੀ ਫੁੱਲ ਕਿਰਪਾ, ਝੱਟ ਮਾਰਦਾ ਫਿਰੇ ਲਲਕਾਰੇ। ਮੈਂ ਮਿੱਤਰਾਂ 'ਚ ਬੈਠੀਦਾ, ਮੈਂ ਤਾਂ ਮਿੱਤਰਾਂ ਦੋਸਤਾਂ 'ਚ ਬਹਿਣਾ ਜੀ। ਮੈਂ ਤਾਂ ਇੱਕ ਲਾਈਨ ਹੋਰ ਜੋੜਨ ਲੱਗੀ ਸੀ ਜੀ ਦੱਸੋ, ਜੋੜੋ ਜੋੜੋ ਜੋੜੋ। ਮੈਂ ਕਹਿਣ ਲੱਗੀ ਸੀ ਖਾਣ ਪੀਣ ਦਾ ਹੀ ਸ਼ੌਂਕ ਹੈ, ਬਣਾਉਣ ਦਾ ਨਹੀਂ ਕੋਈ ਸ਼ੌਂਕ। ਜਿੱਦਾਂ ਤੁਸੀਂ ਬਣਾਉਣ ਦਾ ਦੱਸਿਆ ਵੀ ਹੈਗਾ, ਬਣਾਉਣ ਦਾ ਵੀ ਹੈਗਾ। ਧਨੀਆ, ਜੀਰਾ, ਮੈਂ ਕਿਹਾ ਤਾਂ ਸਾਰੀਆਂ ਹੀ ਮਤਲਬ ਰਸੋਈ ਦੀਆਂ ਅੱਛਾ, ਮੇਰਾ ਜਦੋਂ ਮਸਾਲਿਆਂ ਦਾ ਪਤਾ ਆ। ਗੱਲ ਫਿਰ ਆ ਗਈ ਉਹੀ, ਜਿੱਦਾਂ ਗਾਣਾ ਕਿਤੇ ਮੂਡ ਤੇ ਲਿਖ ਹੁੰਦਾ ਨਾ, ਤੇ ਇਦਾਂ ਹੀ ਮੇਰਾ ਜਦੋਂ ਮੂਡ ਹੋਵੇ, ਮੈਂ ਕਿਤੇ ਮੂਡ ਤੇ ਫਿਰ ਚਾਹ ਬਣਾਉਣਾ। ਅੱਛਾ, ਹਾਂ, ਮੂਡ ਵਾਲੀ ਜੇ ਚਾਹ। ਮੈਂ ਚਾਹ ਬਣਾਵਾਂ, ਜਿਹੜਾ ਮੇਰੇ ਚਾਹ ਵਾਲਾ ਤੜਕਾ ਹੈ ਨਾ, ਫਿਰ ਬਾ ਕਮਾਲ ਹੀ ਹੁੰਦਾ। ਹਾਂ, ਸਵਾਦ ਚਾਹ ਬਣਾਉਣਾ, ਠੀਕ ਹੈ, ਉਹ ਮੂਡ ਵਾਲੀ ਚਾਹ। ਹਾਂ, ਜੇ ਕਿਤੇ ਫਿਰ ਦਿਲ ਤੜਕੇ ਨੂੰ ਕਰੇ, ਹਾਂ, ਮੈਂ ਤੜਕਾ ਵੀ ਲਾ ਲੈਣਾ। ਅੱਛਾ, ਹਾਂ, ਚੰਗੀ ਗੱਲ ਹੈ, ਆਉਣਾ ਵੀ ਚਾਹੀਦਾ ਮੈਂ ਹੈ। ਹੁਣ 20 ਦਿਨ ਪਹਿਲਾਂ ਹੀ ਆਇਆ ਇੰਗਲੈਂਡ ਤੋਂ, ਯੂਕੇ ਤੋਂ। ਮੇਰਾ ਬ੍ਰਦਰ ਉੱਥੇ ਆ, ਅੱਛਾ ਜੀ, ਤੇ ਮੇਰੇ ਸ਼ੋਅ ਸੀਗੇ ਉੱਥੇ, ਤੇ ਉੱਥੇ ਹੁਣ ਬੋਟੀ ਤਾਂ ਹੁੰਦੀ ਨਹੀਂ ਤੜਕੇ ਲਾਉਣ ਵਾਲੀ। ਉੱਥੇ ਪਾਣੀ ਦਾ ਗਲਾਸ ਵੀ ਆਪ ਚੱਕ ਕੇ ਪੀਣਾ ਪੈਣਾ। ਤੇ ਉੱਥੇ ਮੈਂ, ਤੁਸੀਂ ਦੇਖੋ ਵੀ ਬ੍ਰਦਰ ਦੀ ਹਜੇ ਮੈਰਿਜ ਨਹੀਂ ਹੋਈ, ਤੇ ਉੱਥੇ ਉਹਨੇ ਆਉਣਾ, ਮੈਂ ਉਹਦੇ ਆਉਂਦੇ ਨੂੰ ਕਿਤੇ ਕਿਤੇ ਤੜਕਾ ਲਾਇਆ ਹੁੰਦਾ। ਉਹ ਕਹਿੰਦਾ ਯਾਰ ਇੰਨਾ ਸਵਾਦ ਤੜਕਾ ਭਾਜੀ, ਕਿੱਥੋਂ ਸਿੱਖਿਆ ਯਾਰ ਤੂੰ? ਕਹਿੰਦਾ ਮੈਂ ਤਾਂ ਸਿੱਖਿਆ ਸੁੱਖਿਆ ਤਾਂ ਕੁਛ ਨਹੀਂ, ਬਸ ਰੂਹ ਹੀ ਹੁੰਦੀ ਕਈ ਵਾਰੀ ਮੇਰੀ, ਜਦੋਂ ਹੋਵੇ ਕਿਤੇ ਤੇ ਫਿਰ ਮੈਂ ਉਦੋਂ ਲਾ ਲੈਣਾ। ਠੀਕ ਹੈ, ਬਹੁਤ ਵਧੀਆ ਗੱਲ ਹੈ। ਆਉਣ ਵਾਲੇ ਪ੍ਰੋਜੈਕਟਸ ਦੀ ਅਸੀਂ ਜੇ ਗੱਲ ਕੀਤੀ ਜਾਵੇ ਤਾਂ ਕੀ ਕੁਝ ਮਤਲਬ ਤੁਸੀਂ ਉਹ ਲਿਖਿਆ ਹੋਇਆ ਹੈ? ਮੇਰਾ ਲੇਟੈਸਟ ਜਿਹੜਾ ਹੁਣੇ ਗੀਤ ਆਇਆ ਜੀ, ਮੈਂ 4-5 ਸਾਲ ਪਹਿਲਾਂ ਬਹੁਤ ਜ਼ਿਆਦਾ ਮਾਂ ਦੇ ਗੀਤ ਗਾਇਆ। ਇੱਕ ਮਾਂ ਦਾ ਗੀਤ ਗਾਇਆ ਸੀ ਕਿ ਮਾਂ ਪਿੰਡ ਨਹੀਂ ਛੱਡਦੀ, ਮੈਂ ਨਹੀਂ ਛੱਡਦਾ ਮਾਂ। ਹਾਂ, ਬੜਾ ਮਕਬੂਲ ਹੋਇਆ ਉਹ ਗੀਤ। ਕੀ ਬਾਤ ਹੈ। ਹਾਂਜੀ, ਕਿਉਂਕਿ ਮੈਂ ਅੱਜ ਵੀ ਆਪਣੇ ਪਿੰਡ 'ਚ ਹੀ ਹਾਂ, ਅੱਜ ਵੀ ਆਪਣੇ ਪਿੰਡ 'ਚ ਬੈਠਾ ਹਾਂ। ਹਾਂ, ਸੁਣਾ ਦਿਓ ਫਿਰ ਇਹ ਗੀਤ ਸਾਨੂੰ। ਉਹੀ ਗੀਤ ਸੁਣ। ਹਾਂਜੀ। ਚੱਲ ਮਾਂ ਚੱਲ, ਉੱਠ ਸ਼ਹਿਰ ਨੂੰ ਚੱਲੀਏ, ਤੇਰੇ ਪੁੱਤ ਨੇ ਲੈ ਲਈ ਕੋਠੀ। ਮਾਂ ਕਹਿੰਦੀ ਮੈਂ ਨਹੀਂ ਜਾਣਾ ਬੱਚਿਆ, ਲੈ ਜਾ ਆਪਣੀ ਵਹੁਟੀ। ਵਾਹ, ਮੈਂ ਕਿਵੇਂ ਦੱਸ ਸ਼ਹਿਰ 'ਚ ਵਸ ਜਾ, ਮੈਂ ਕਿਵੇਂ ਦੱਸ ਸ਼ਹਿਰ 'ਚ ਵਸ ਜਾ, ਛੱਡ ਕੇ ਠੰਡੜੀ ਸ਼ਾਮਾਂ ਪਿੰਡ ਨੀ ਛੱਡਦੀ। ਓਏ ਮੈਂ ਨੀ ਛੱਡਦਾ ਮਾਂ ਪਿੰਡ ਨੀ ਛੱਡਦੀ, ਤੇ ਮੈਂ ਨੀ ਛੱਡਦਾ ਮਾਂ ਪਿੰਡ ਨੀ ਛੱਡਦੀ। ਤੜਕੇ ਉੱਠ ਕੇ ਪਾਠ ਮਾਂ ਕਰਦੀ, ਸੁਣਦੀ ਏ ਗੁਰਬਾਣੀ, ਚਾਹ ਬਣਾ ਕੇ ਪਾ ਲੈਂਦੀ ਏ ਚਾਟੀ ਵਿੱਚ ਮਧਾਣੀ। ਚਾਹ ਬਣਾ ਕੇ ਪਾ ਲੈਂਦੀ ਏ ਚਾਟੀ ਵਿੱਚ ਮਧਾਣੀ। ਦੁੱਧ ਪੀਣ ਨੂੰ ਰੱਖੇ ਲਵੇਰੇ, ਦੁੱਧ ਪੀਣ ਨੂੰ ਰੱਖੇ ਲਵੇਰੇ, ਮੱਝ ਰੱਖੀ ਇੱਕ ਗਾਂ, ਮਾਂ ਪਿੰਡ ਨੀ ਛੱਡਦੀ। ਓਏ ਮੈਂ ਨੀ ਛੱਡਦਾ ਮਾਂ ਪਿੰਡ ਨੀ ਛੱਡਦੀ। ਵਾਹ, ਕੀ ਬਾਤ ਹੈ, ਬਹੁਤ ਬਹੁਤ ਖੂਬਸੂਰਤ, ਬਹੁਤ ਖੂਬਸੂਰਤ। ਅੱਜ ਦੇ ਸਮੇਂ ਦੇ ਵਿੱਚ ਜਿੱਥੇ ਅਸੀਂ ਬਜ਼ੁਰਗਾਂ ਨੂੰ ਆਪਣੇ ਘਰਾਂ ਵਿੱਚ ਰੱਖਣਾ ਪਸੰਦ ਨਹੀਂ ਕਰਦੇ, ਉੱਥੇ ਇਹ ਗੀਤ ਸਾਡੇ ਸਮਾਜ ਦੇ ਲਈ ਇੱਕ ਸ਼ੀਸ਼ੇ ਦੀ ਤਰ੍ਹਾਂ ਕੰਮ ਕਰ ਰਿਹਾ ਹੈ ਕਿ ਦੇਖੋ ਇਹ ਸਮਾਜ ਹੈ, ਇਹ ਸਾਡੇ ਰਿਸ਼ਤੇ ਨੇ, ਇਹ ਸਾਡੀ ਮਾਂ ਹੈ। ਔਰ ਮੈਂ ਮਾਂ ਤੇ ਗਾਇਆ ਜੀ, ਫਿਰ ਸੋਹਣਾ ਗੀਤ ਬਾਪੂ ਤੇ ਗਾਇਆ ਸੀਗਾ ਜੀ। ਬਾਪੂ ਤੇ ਵੀ ਹੋ ਜਾਵੇ ਫਿਰ, ਕਿਉਂਕਿ ਮਾਂ ਬਾਪ ਜਿਹੜੇ ਹੁੰਦੇ ਆ ਨਾ, ਸਾਡੇ ਲਈ ਦੋਨੋਂ ਹੀ ਬਹੁਤ ਬਹੁਤ ਮਹੱਤਵਪੂਰਨ ਨੇ। ਬਾਪੂ ਦੇ ਸਿਰ ਤੇ ਐਸ਼ਿਆਂ ਕਰਦੇ, ਜ਼ਿੰਦਗੀ ਦੇ ਮਜ਼ੇ ਕੈਸ਼ਿਆਂ ਕਰਦੇ। ਬਾਪੂ ਸਾਡਾ ਰੱਬ ਵਰਗਾ ਏ, ਬਾਪੂ ਦਿਲ ਦਾ ਜਾਨੀ।
ਕੋਠੀਆਂ ਕਾਰਾਂ ਵਾਲੇ ਹੋ ਗਏ ਬਾਪੂ ਦੀ ਕੁਰਬਾਨੀ। ਕਿਆ ਬਾਤ। ਕੋਠੀਆਂ ਕਾਰਾਂ ਵਾਲੇ ਹੋ ਗਏ ਬਾਪੂ ਦੀ ਕੁਰਬਾਨੀ, ਇਹ ਸਾਡੇ ਭਾਪੇ ਦੀ ਕੁਰਬਾਨੀ। ਹਾਏ ਹਾਏ, ਕਿਆ ਬਾਤ ਹੈ। ਗੋਦੀ ਚੁੱਕ ਕੇ ਬਾਪੂ ਨੇ ਓਏ ਰਜਮਾ ਲਾਡ ਲਡਾਇਆ, ਉਂਗਲੀ ਫੜ ਕੇ ਬਾਪੂ ਨੇ ਹੀ ਤੁਰਨਾ ਮੈਨੂੰ ਸਿਖਾਇਆ। ਬਾਪੂ ਬਣ ਗਿਆ ਮਿੱਤਰਾਂ ਵਰਗਾ ਜਾਦੀ ਚੜੀ ਜਵਾਨੀ, ਕੋਠੀਆਂ ਕਾਰਾਂ ਵਾਲੇ ਹੋ ਗਏ ਬਾਪੂ ਦੀ ਕੁਰਬਾਨੀ, ਇਹ ਸਾਡੇ ਡੈਡੀ ਦੀ ਕੁਰਬਾਨੀ, ਇਹ ਸਾਡੇ ਭਾਪੇ ਦੀ ਕੁਰਬਾਨੀ। क्या बात है, बहुत ही खूब। और डैडी पापे दी ਅੱਜ ਅਸੀਂ ਫਿਰ ਜਦੋਂ ਮੈਂ ਗੱਲ ਬਜ਼ੁਰਗਾਂ ਦੇ ਗਿਆ, ਉਹ ਵੀ ਸੁਣ ਲਓ ਹੁਣ। ਹਾਂਜੀ ਹਾਂਜੀ। ਕਿਸੇ ਵੀ ਘਰ ਵਿੱਚ ਆਵੇ ਨਾ, ਕਿਸੇ ਵੀ ਘਰ ਵਿੱਚ ਆਵੇ ਨਾ, ਕਦੇ ਥੋੜ ਬਜ਼ੁਰਗਾਂ ਦੀ, ਉਮਰਾਂ ਬਖਸ਼ੀ ਸਾਈਆਂ ਬੜੀਏ ਲੋੜ ਬਜ਼ੁਰਗਾਂ ਦੀ, ਉਮਰਾਂ ਬਖਸ਼ੀ ਦਾਤਾ ਬੜੀਏ ਲੋੜ ਬਜ਼ੁਰਗਾਂ ਦੀ। ਉਸ ਘਰ ਰੱਬ ਦਾ ਵਾਸਾ ਜਿੱਥੇ ਮਾਪੇ ਰਹਿੰਦੇ ਨੇ, ਜੋ ਵੀ ਗੱਲ ਸਿਆਣੇ ਕਹਿਣ ਸਿਆਣੀ ਕਹਿੰਦੇ ਨੇ, ਹਰ ਗੱਲ ਕੱਢੀ ਹੁੰਦੀ ਏ ਨਿਚੋੜ ਬਜ਼ੁਰਗਾਂ ਦੀ, ਉਮਰਾਂ ਬਖਸ਼ੀ ਸਾਈਆਂ ਬੜੀਏ ਲੋੜ ਬਜ਼ੁਰਗਾਂ ਦੀ। क्या बात है, बहुत ही खूब। और हर ਸਾਡੇ ਰਿਸ਼ਤੇ ਨੂੰ ਤੁਸੀਂ ਦੱਸਿਆ ਔਰ ਅਸੀਂ ਇੰਨਾ ਮਨਮੋਹਿਤ ਜਿਹੜਾ ਸਾਡਾ ਆਨੰਦਮਈ ਤੁਸੀਂ ਦ੍ਰਿਸ਼ ਬਣਾ ਦਿੱਤਾ। ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਔਰ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ। ਹੱਸਦੇ ਵਸਦੇ ਰਹੋ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਜੀ ਤੁਹਾਡਾ ਸਭ ਦਾ। ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਗਲਤੀ ਭੁੱਲ ਚੁੱਕ ਹੋ ਗਈ ਹੋਵੇ, ਕੋਈ ਬੋਲ ਅੱਖਰ ਕਿਸੇ ਦੀ ਸ਼ਾਨ ਦੇ ਖਿਲਾਫ ਨਿਕਲ ਗਿਆ ਹੋਵੇ ਤਾਂ ਮਾਫ ਕਰਨਾ। ਸਤਿ ਸ਼੍ਰੀ ਅਕਾਲ। ਸ਼ੁਕਰੀਆ। ਮੇਰੀ ਝਾਂਜਰ ਛਣ ਕੇ ਮਿੱਤਰਾਂ ਦੀ, ਉਹ ਮਿੱਤਰਾਂ